कितना लंबा सफ़र तय करके आए हो? ਅਸੀਂ 1900 किलोमीटर कुछ ਚਾਲਾ ਪਾ ਕੇ ਆਏ ਹਾਂ ਬਾਈ ਰੋਡ ਕਾਰ ਤੇ। किन्ने समय तो तुसी इस तरह आ रहे हो फतेहगढ़ साहब? ਨਹੀਂ ਅਸੀਂ ਪਹਿਲੀ ਵਾਰ ਆਏ ਹਾਂ। हैदराबाद ਦੇ ਵਿੱਚ ਕਿੰਨੀ ਕੁ ਸੰਗਤ ਹੈਗੀ ਜਿਹੜੀ ਸਿੱਖ ਸੰਗਤ ਰਹਿੰਦੀ ਹੈ? ਹੈਦਰਾਬਾਦ ਦੇ ਵਿੱਚ 10 ਤੋਂ 15 ਹਜ਼ਾਰ ਅਪਰੋਕਸੀਮੇਟਲੀ ਲੋਕ ਰਹਿੰਦੇ ਨੇ ਸਿੱਖੀ ਸਰੂਪ ਦੇ ਵਿੱਚ। ਗੱਲ ਕਰੀਏ ਵੀ ਪੰਜਾਬ ਦੀ ਤਾਂ ਸਿੱਖ ਕਿਹਾ ਜਾਂਦਾ ਕਿ ਬਹੁਤ ਸਾਰੇ ਸਿੱਖ ਰਹਿੰਦੇ ਇੱਥੇ, ਪਰ ਤੁਸੀਂ ਹੁਣ ਪੰਜਾਬ 'ਚ ਆਏ ਹੋ, ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ, ਸ਼ਹੀਦੀ ਸਭਾ ਨੂੰ ਨਤਮਸਤਕ ਹੋਣ ਇੱਥੇ ਆਏ ਹੋ। ਸ਼ਹੀਦੀ ਸਭਾ ਮਨਾਈ ਜਾ ਰਹੀ ਹੈ, ਇੱਥੇ ਜਿਹੜੀ ਸੰਗਤ ਘੁੰਮਦੀ ਹੈ ਤੁਸੀਂ ਸਿੱਖੀ ਸਰੂਪ 'ਚ ਕਹਿ ਸਕਦੇ ਹੋ ਕਿ ਸਾਰੀ ਸੰਗਤ ਪੰਜਾਬ ਦੀ ਸਿੱਖ ਸੰਗਤ ਹੈ, ਸਿੱਖੀ ਸਰੂਪ 'ਚ ਹੈ, ਜਿੱਦਾਂ ਤੁਸੀਂ ਆਪਣੀ ਸੰਗਤ ਬਾਰੇ ਦੱਸਿਆ ਹੈਦਰਾਬਾਦ ਦੀ ਬਾਰੇ? ਜਿੱਥੇ ਤੱਕ ਦੇਖਿਆ ਇੱਧਰ ਸਿੱਖੀ ਸਰੂਪ ਤੇ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵੇਖ ਰਿਹਾ ਕਿ ਕੇਸ ਕਤਲ ਕਰਾਏ ਹੋਏ ਨੇ। ਪੰਜਾਬ ਦੇ ਲੋਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਨੇ, ਪਰ ਹੁਣ ਸਿੱਖੀ ਸਰੂਪ ਤੇ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਭਾਣਾ ਹੈ ਆਪਣਾ, ਜਿਹੜਾ ਸਿੱਖੀ ਸਰੂਪ ਮਹਾਰਾਜ ਨੇ ਸਾਨੂੰ ਬਖਸ਼ਿਆ, ਗੁਰੂ ਗੋਬਿੰਦ ਸਿੰਘ ਜੀ ਨੇ, ਦਸਤਾਰ ਤੇ ਕੇਸ ਤੇ ਦਾੜਾ, ਉਹ ਤੇ ਮੈਨੂੰ ਨਜ਼ਰ ਨਹੀਂ ਆਇਆ ਇੱਥੇ। ਤੁਹਾਡੇ ਜੇ ਹੈਦਰਾਬਾਦ ਦੀ ਗੱਲ ਕਰੀਏ ਤਾਂ ਜਿਹੜੇ ਤੁਸੀਂ ਪਰਿਵਾਰ ਦੱਸੇ ਸਾਰੇ ਸਿੱਖੀ ਸਰੂਪ 'ਚ, ਉੱਥੇ ਇਦਾਂ ਦੇਖਣ ਨੂੰ ਨਹੀਂ ਮਿਲਦਾ? ਨਹੀਂ ਜੀ, ਉੱਥੇ ਅਗਰ ਕੋਈ ਕੇਸ ਕਤਲ ਕਰਾ ਵੀ ਲੈਂਦਾ ਹੈ ਤੇ ਉਹਨੂੰ ਪੰਥ ਤੋਂ ਛੇਕਿਆ ਜਾਂਦਾ ਹੈ। ਜਦੋਂ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਨੌਜਵਾਨਾਂ ਦੇ ਨਾਲ, ਉਹ ਕਹਿੰਦੇ ਕਿ ਸਮੇਂ ਦਾ ਪ੍ਰਭਾਵ ਹੈ। ਹੁਣ ਦੋਸ਼ ਵੀ ਫਿਰ ਨਸ਼ੇ ਦੇ ਲਈ ਸਰਕਾਰਾਂ ਨੂੰ ਦਿੱਤਾ ਜਾਂਦਾ ਹੈ ਕਿ ਸਰਕਾਰਾਂ ਨੇ ਨਸ਼ਾ ਇੰਨਾ ਪੰਜਾਬ ਦੇ ਵਿੱਚ ਲਿਆ ਦਿੱਤਾ, ਜਿਸ ਦੇ ਨਾਲ ਨੌਜਵਾਨ ਸਾਡੇ ਵਿਗੜ ਗਏ, ਕਿ ਸਮਾਂ ਹੀ ਇੰਨਾ ਮਾੜਾ ਆ ਗਿਆ ਜੀ, ਕਲਯੁਗ ਦਾ ਸਮਾਂ, ਕੀ ਕਰੀਏ, ਕੌਣ ਨੌਜਵਾਨਾਂ ਨੂੰ ਸਮਝਾਵੇ। ਇੱਥੇ ਤਾਂ ਦਲੀਲਾਂ ਇੱਦਾਂ ਦੀਆਂ ਦਿੱਤੀਆਂ ਜਾਂਦੀਆਂ, ਤੁਹਾਡੇ ਸਮੇਂ ਦਾ ਕੋਈ ਪ੍ਰਭਾਵ ਹੀ ਨਹੀਂ ਪਿਆ। ਉੱਥੇ ਨਹੀਂ ਮੋਬਾਈਲ ਫੋਨ ਆਏ, ਉੱਥੇ ਨਹੀਂ ਨਸ਼ਾ ਆਇਆ, ਉੱਥੇ ਫਿਰ ਸਿੱਖੀ ਸਰੂਪ ਕਿੱਦਾਂ ਰਹਿ ਗਿਆ? ਫਿਰ ਪੰਜਾਬ ਦੇ ਲੋਕਾਂ ਦੀ ਜਿਹੜੀ ਦਲੀਲਾਂ ਹੈ ਉਹ ਸਾਰੀ ਗਲਤ ਮੰਨੀਆਂ। ਤੁਹਾਡਾ ਸ਼ੁਭ ਨਾਮ ਕੀ ਹੈ? ਮੇਰਾ ਨਾਮ ਸਰਦਾਰ ਜਸਪ੍ਰੀਤ ਸਿੰਘ ਆ। ਸਰਦਾਰ ਜਸਪ੍ਰੀਤ ਸਿੰਘ। ਫਿਰ ਮੈਂ ਇੱਕ ਵਾਰੀ ਗੱਲ ਦੁਹਰਾ ਦਿਆਂ ਕਿ ਦੇਖੋ ਕਿੰਨੇ ਮਾਣ ਦੇ ਨਾਲ, ਜੇ ਪੰਜਾਬ ਦੇ ਵਿੱਚ ਕਿਸੇ ਨੂੰ ਪੁੱਛੋ ਤਾਂ ਆਪਣੇ ਗੋਤ ਲਾ ਦੇਣਗੇ ਨਾਲ। ਸਿੰਘ ਤਾਂ ਹੁਣ ਕੱਟ ਹੀ ਦਿੱਤਾ, ਸਿੰਘ ਤੋਂ ਬਾਅਦ ਸਿੱਧਾ ਹੀ ਆਪਣਾ ਗੋਤ ਲਗਾਇਆ ਜਾਂਦਾ ਮਾਣ ਦੇ ਵਜੋਂ। ਸਰਦਾਰ ਅੱਗੇ ਲਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ। ਉਹਨਾਂ ਦੇ ਵਿੱਚੋਂ ਸ਼ਾਇਦ ਅਸੀਂ ਵੀ ਸ਼ਰਮਸਾਰ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ। ਇਹਨਾਂ ਵੀਰਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਪੰਜਾਬ ਦਾ ਮਾਹੌਲ ਇਸ ਤਰ੍ਹਾਂ ਬਣ ਗਿਆ ਵਾ, ਸਰਕਾਰਾਂ ਵੀ ਬਹੁਤ ਵੱਡਾ ਦੋਸ਼ ਆ ਇੱਥੇ। ਉਹ ਕਦੀ ਇਹ ਨਹੀਂ ਕਹਿੰਦੇ ਕਿ ਭਾਈ ਮਰਿਆਦਾ ਚਲਾਓ, ਉਹ ਕਹਿੰਦੇ ਜੇ ਮਰਿਆਦਾ ਦੀ ਗੱਲ ਕਰਦਾ ਉਹਨੂੰ ਪੁਲਿਸ ਥਾਣੇ ਪਾਉਣ ਦਿੰਦੇ, ਉਹਦੇ ਪਰਚਾ ਪਾਉਣ ਦਿੰਦੇ ਨੇ। ਮੈਂ ਇਹ ਵੀ ਚੀਜ਼ ਸੁਣੀ ਹੈ ਕਿ ਕਈ ਮਤਲਬ ਐਡਵਰਟਾਈਜ਼ਮੈਂਟ ਵੀ ਦੇਖੇ ਜਿੱਥੇ ਕਹਿੰਦੇ ਨੇ ਕਿ ਮੁੰਡਾ ਸਰਦਾਰ ਹੋਣਾ ਚਾਹੀਦਾ ਹੈ। ਕਈ ਇਹ ਵੀ ਕਹਿੰਦੇ ਕਿ ਕਲੀਨ ਸ਼ੇਵ ਹੋਣਾ ਚਾਹੀਦਾ ਹੈ ਤੇ ਅਜਿਹੀਆਂ ਚੀਜ਼ਾਂ ਵੀ। ਕੁੜੀਆਂ ਫਿਰ ਤੁਹਾਡੇ ਉੱਥੇ ਜਿੱਦਾਂ ਤੁਹਾਡੇ ਵਿਆਹ ਦੇ ਵਿੱਚ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆਉਂਦੀ? ਜਿਹੜੀ ਜਿੱਦਾਂ ਦੀ ਕਮਿਊਨਿਟੀ ਹੈਗੀ ਹੈ, ਸਿੱਖ ਕਮਿਊਨਿਟੀ ਜਿਹੜੀ ਰਹਿੰਦੀ ਹੈਦਰਾਬਾਦ ਦੇ ਵਿੱਚ, ਕੁੜੀਆਂ ਵੀ ਮਾਣ ਮਹਿਸੂਸ ਕਰਦੀਆਂ ਕਿ ਮੁੰਡਾ ਸਰਦਾਰ ਹੀ ਹੋਣਾ ਚਾਹੀਦਾ? ਅਸੀਂ ਮਹਾਰਾਜ ਦਾ ਬਾਣਾ ਮੰਨਦੇ ਚੱਲਦੇ ਹਾਂ, ਮਹਾਰਾਜ ਦੀ ਮਰਿਆਦਾ ਨਾਲ ਚੜ੍ਹਦੇ ਹਾਂ ਅਸੀਂ, ਤਾਂ ਇਹ ਤੋਂ ਹੀ ਅਸੀਂ ਸੰਪੂਰਨ ਹਾਂ। ਮਹਾਰਾਜ ਦੇ ਹਜ਼ੂਰੀ ਰਹਿੰਦੇ ਹਾਂ ਅਸੀਂ ਨਾ ਬਾਲ ਕੱਟ ਕਰਾਉਂਦੇ ਹਾਂ, ਨਾ ਕੋਈ ਦਾੜੀ ਕੱਟ ਕਰਾਉਂਦੇ ਹਾਂ। ਅਸੀਂ ਮਹਾਰਾਜ ਦੀ ਮਰਿਆਦਾ ਨਾਲ ਹੀ ਰਹਿੰਦੇ ਹਾਂ, ਮਹਾਰਾਜ ਦੇ ਹੁਕਮ ਨਾਲ ਹੀ ਰਹਿੰਦੇ ਹਾਂ। ਅਸੀਂ ਉਹੀ ਬੱਚਿਆਂ ਨੂੰ ਅਸੀਂ ਵੀ ਸਿਖਾਉਂਦੇ ਹਾਂ ਕਿ ਭਈ ਮਹਾਰਾਜ ਦੇ ਹਜ਼ੂਰੀ ਨਾਲ, ਮਹਾਰਾਜ ਦੇ ਹੁਕਮ ਨਾਲ ਰਹੋ, ਤਾਂ ਹੀ ਸਾਡੇ ਬੱਚੇ ਸੰਪੂਰਨ ਹੁੰਦੇ ਆ। ਅਸੀਂ ਬਿਲਕੁਲ ਜੀ, ਉੱਥੇ ਤੇ ਮਤਲਬ ਜਿਵੇਂ ਕਿਸੇ ਨੇ ਕੇਸ ਕਤਲ ਕਰਾਏ ਹੋਏ ਹਨ, ਜੇ ਉਹ ਸਿੱਖੀ ਸਰੂਪ 'ਚ ਨਹੀਂ ਹੈ ਤੇ ਉਹ ਆਪਣੀ ਕੋਈ ਬੇਟੀ ਨੂੰ ਵਿਆਹ ਵੀ ਨਹੀਂ, ਮਤਲਬ ਉੱਥੇ ਵਿਆਹ ਵੀ ਨਹੀਂ ਕਰਾਉਂਦਾ। ਤੇ ਜੇ ਮੁੰਡਾ ਸਿੱਖ ਸਰੂਪ 'ਚ ਹੈ ਨਹੀਂ ਤਾਂ ਵਿਆਹ ਬੇਟੀ ਨਹੀਂ ਦੇਊਗਾ ਕੋਈ? ਨਹੀਂ ਹੋਏਗਾ। ਸ਼ਸਤਰਾਂ ਦੀ ਮਰਿਆਦਾ ਬਹੁਤ ਪੁਰਾਤਨ ਸ਼ਸਤਰ ਹੈ ਤੁਹਾਡੇ ਕੋਲ। ਇਹ ਕਿੰਨਾ ਕੁ ਪੁਰਾਣਾ ਸ਼ਸਤਰ ਹੈ ਜੀ? ਜਰਾ ਦਰਸ਼ਨ ਕਰਾ ਦਿਓ ਸੰਗਤ ਨੂੰ ਥੋੜਾ ਹੋਰ। ਕਿੰਨਾ ਪੁਰਾਣਾ ਸ਼ਸਤਰ ਹੈ ਜੀ ਇਹ ਘੱਟੋ ਘੱਟ 100 ਸਾਲ ਪੁਰਾਣਾ ਹੋਏਗਾ। ਇਹ ਮਤਲਬ ਮੈਂ ਵੀ ਕਿਸੇ ਤੋਂ ਲਿੱਤਾ ਹੋਇਆ ਹੈ। ਇਹ ਮਰਾਠਾ ਮੁੱਠਾ ਇਹਨੂੰ ਕਹਿੰਦੇ ਨੇ, ਇਹਨੂੰ ਮਰਾਠਾ ਮੁੱਠਾ ਕਹਿੰਦੇ ਨੇ। ਸ਼ਿਵਾਜੀ ਜਿਹੜੇ ਮਰਾਠੇ ਦੇ ਹੋਏ ਨੇ, ਸ਼ਿਵਾਜੀ ਮਹਾਰਾਜ, ਉਹਨਾਂ ਦਾ ਮੁੱਠਾ ਹੈ ਇਹ। ਹਾਂਜੀ, ਤੇ ਇਹ ਸ਼ਸਤਰ ਨੂੰ ਘੋੜ ਸਵਾਰ ਕਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖੜੇ ਹਾਂ। ਲੱਖਾਂ ਸੰਗਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੀ ਮਹਾਨ ਸ਼ਹਾਦਤ, ਉਸ ਦੇ ਨਾਲ ਹੀ ਹੋਰ ਵੀ ਸ਼ਹੀਦ ਜਿਨ੍ਹਾਂ ਨੇ ਕੌਮ ਦੇ ਲੇਖੇ ਆਪਣੀਆਂ ਜ਼ਿੰਦਗੀਆਂ ਲਾਈਆਂ, ਬਾਬਾ ਮੋਤੀ ਰਾਮ ਮਹਿਰਾ ਜੀ, ਟੋਡਰਮਲ ਜੀ, ਹੋਰ ਵੀ ਬਹੁਤ ਸਾਰੇ ਸਿੰਘ, ਉਹਨਾਂ ਦੇ ਸ਼ਹਾਦਤਾਂ ਨੂੰ ਨਤਮਸਤਕ ਹੋਣ ਦੇ ਲਈ ਦੂਰ ਦਰਾਡਿਆਂ ਤੋਂ ਸੰਗਤ ਇੱਥੇ ਪਹੁੰਚਦੀ ਹੈ। ਸੋ ਸਾਡੇ ਨਾਲ ਕੁਝ ਵੀਰ ਹੈਦਰਾਬਾਦ ਤੋਂ ਇੱਥੇ ਆਏ ਨੇ ਤੇ
ਸਿੱਖੀ ਸਰੂਪ ਦੇ ਵਿੱਚ ਨੇ ਪੂਰੇ। ਗੱਲਬਾਤ ਕਰਦੇ ਹਾਂ। ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਅੱਜ ਲੋੜ ਮਹਿਸੂਸ ਹੁੰਦੀ ਹੈ। ਜਿੱਥੇ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਦੁਨੀਆ ਇਸ ਥਾਂ ਦੇ ਉੱਤੇ ਪਹੁੰਚਦੀ ਹੈ ਤਾਂ ਬਹੁਤ ਸਾਰੇ ਸਵਾਲ ਵੀ ਖੜੇ ਹੁੰਦੇ ਨੇ। ਅਸੀਂ ਆਪਣੀ ਵਿਰਾਸਤ ਨਾਲੋਂ ਵੀ ਟੁੱਟੇ ਹਾਂ ਤੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੋ ਗੁਰਮਤ ਦੇ ਅਨੁਕੂਲ ਨਹੀਂ ਜਾਪਦੀਆਂ। ਅਜਿਹੇ ਸਵਾਲਾਂ ਦੇ ਜਵਾਬ ਵੀ ਲਵਾਂਗੇ। ਸੋ ਗੱਲਬਾਤ ਵੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿੱਥੋਂ ਆਏ ਹੋ ਤੁਸੀਂ? ਹੈਦਰਾਬਾਦ ਤੋਂ ਬਾਬਾ ਜੀ। ਹੈਦਰਾਬਾਦ ਤੋਂ। ਹਾਂਜੀ, ਕਿਵੇਂ ਆਏ ਹੋ? ਬਾਈ ਰੋਡ ਆਏ? ਕਾਰ ਵਿੱਚ। ਅੱਛਾ। ਹਾਂਜੀ, ਕਿੰਨੀ ਸੰਗਤ ਆਈ ਹੈ ਜੀ? ਚਾਰੋਂ ਆਏ ਹਾਂ ਜੀ। 4 ਸਿੰਘ। ਹਾਂਜੀ, ਅੱਛਾ। ਤੇ ਕੀ ਨਾ ਸ਼ੁਭ ਨਾਮ ਕੀ ਤੁਹਾਡਾ? ਮੋਹਿਤ ਸਿੰਘ ਹੈਗਾ ਜੀ। ਮੋਹਿਤ ਸਿੰਘ। ਤੁਹਾਡਾ ਕੀ ਨਾਮ ਹੈ ਜੀ? ਸਰਦਾਰ ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ। ਹਾਂਜੀ। ਤੁਹਾਡਾ ਨਾਮ ਕੀ ਹੈ? ਸਰਦਾਰ ਬੇਅੰਤ ਸਿੰਘ। ਸਰਦਾਰ ਬੇਅੰਤ ਸਿੰਘ। ਮੈਨੂੰ ਤੁਹਾਡੀ ਜਿਹੜੀ ਹੈਗੀ ਖਾਸ ਗੱਲ ਵੈਸੇ ਦਿਖ ਤੋਂ ਲੱਗੀ ਆ, ਪਰ ਖਾਸ ਗੱਲ ਇਹ ਹੈ ਜਦੋਂ ਸਾਨੂੰ ਪੰਜਾਬ 'ਚ ਕੋਈ ਨਾਂ ਪੁੱਛਦਾ ਹੈ, ਗੱਲਾਂ ਬਾਤਾਂ ਬਾਅਦ ਸ਼ੁਰੂ ਕਰਦੇ ਆ, ਅਸੀਂ ਭੁੱਲ ਜਾਂਦੇ ਆ ਕਿ ਮੇਰਾ ਨਾਮ ਸਰਦਾਰ ਸਤਨਾਮ ਸਿੰਘ ਹੈ ਜਾਂ ਕੋਈ ਹੋਰ ਆਪਣਾ ਨਾਂ ਕੋਈ ਦੱਸਦਾ ਹੈ ਤਾਂ ਇਹ ਲਾਉਂਦਾ ਹੀ ਨਹੀਂ। ਕਿੰਨੀ ਵੱਡੀ ਗੱਲ ਸਭ ਤੋਂ ਪਹਿਲਾਂ ਹੀ ਇਹ ਸੁਣਨ ਨੂੰ ਮਿਲਦੀ ਹੈ ਕਿ ਸਰਦਾਰ ਲਗਾ ਕੇ ਸਰਦਾਰੀ ਤੇ ਮਾਣ ਕਰਕੇ ਆਪਣਾ ਨਾਂ ਦੱਸਿਆ ਜੀ। ਵੀਰ ਜੀ ਕਿੰਨਾ ਲੰਮਾ ਸਫ਼ਰ ਤੈਅ ਕਰਕੇ ਆਏ ਹੋ? ਅਸੀਂ 1900 ਕਿਲੋਮੀਟਰ ਕੁਝ ਚਾਲਾ ਪਾ ਕੇ ਆਏ ਹਾਂ ਬਾਈ ਰੋਡ ਕਾਰ ਤੇ। ਕਿੰਨੇ ਸਮੇਂ ਤੋਂ ਤੁਸੀਂ ਇਸ ਤਰ੍ਹਾਂ ਆ ਰਹੇ ਹੋ ਫਤਿਹਗੜ੍ਹ ਸਾਹਿਬ? ਨਹੀਂ, ਅਸੀਂ ਪਹਿਲੀ ਵਾਰ ਆਏ ਹਾਂ। ਇਹ ਸਾਡਾ ਪਹਿਲੀ ਵਾਰ ਹੋਇਆ। ਪੰਜਾਬ ਅਸੀਂ ਆਉਂਦੇ ਰਹਿੰਦੇ ਹਾਂ, ਅੰਮ੍ਰਿਤਸਰ ਸਾਹਿਬ ਦਰਸ਼ਨ ਕੀਤੇ ਨੇ, ਪਰ ਇਹ ਫਤਿਹਗੜ੍ਹ ਸਾਹਿਬ ਅਸੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ? ਹਾਂਜੀ। ਹੈਦਰਾਬਾਦ ਦੇ ਵਿੱਚ ਕਿੰਨੀ ਕੁ ਸੰਗਤ ਹੈਗੀ ਜਿਹੜੀ ਸਿੱਖ ਸੰਗਤ ਰਹਿੰਦੀ ਹੈ? ਹੈਦਰਾਬਾਦ ਦੇ ਵਿੱਚ 10 ਤੋਂ 15 ਹਜ਼ਾਰ ਅਪਰੋਕਸੀਮੇਟਲੀ ਲੋਕ ਰਹਿੰਦੇ ਨੇ ਸਿੱਖੀ ਸਰੂਪ ਦੇ ਵਿੱਚ। ਸਿੱਖੀ ਸਰੂਪ? ਹਾਂਜੀ। ਸਿੱਖੀ ਸਰੂਪ ਦੇ ਵਿੱਚ ਤੁਸੀਂ ਕੀ ਆਏ? ਮੈਂ ਸਿੱਖ ਸੰਗਤ ਪੁੱਛਿਆ। ਜੇ ਆਪਾਂ ਗੱਲ ਕਰੀਏ ਵੀ ਪੰਜਾਬ ਦੀ, ਤਾਂ ਸਿੱਖ ਕਿਹਾ ਜਾਂਦਾ ਕਿ ਬਹੁਤ ਸਾਰੇ ਸਿੱਖ ਰਹਿੰਦੇ ਇੱਥੇ। ਹਾਂਜੀ। ਪਰ ਤੁਸੀਂ ਹੁਣ ਪੰਜਾਬ 'ਚ ਆਏ ਹੋ, ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਆ। ਸ਼ਹੀਦੀ ਸਭਾ ਨੂੰ ਨਤਮਸਤਕ ਹੋਣ ਇੱਥੇ ਆਏ ਹੋ। ਸ਼ਹੀਦੀ ਸਭਾ ਮਨਾਈ ਜਾ ਰਹੀ ਹੈ। ਇੱਥੇ ਜਿਹੜੀ ਸੰਗਤ ਘੁੰਮਦੀ ਹੈ, ਤੁਸੀਂ ਸਿੱਖੀ ਸਰੂਪ 'ਚ ਕਹਿ ਸਕਦੇ ਹੋ ਕਿ ਸਾਰੀ ਸੰਗਤ ਪੰਜਾਬ ਦੀ ਸਿੱਖ ਸੰਗਤ ਹੈ, ਸਿੱਖੀ ਸਰੂਪ 'ਚ ਹੈ, ਜਿੱਦਾਂ ਤੁਸੀਂ ਆਪਣੀ ਸੰਗਤ ਬਾਰੇ ਦੱਸਿਆ ਹੈਦਰਾਬਾਦ ਦੀ ਬਾਰੇ? ਨਹੀਂ, ਸਾਰੀ ਸੰਗਤ ਦੇ ਮੈਂ ਜਿੱਥੇ ਤੱਕ ਦੇਖਿਆ ਇੱਧਰ ਸਿੱਖੀ ਸਰੂਪ ਤੇ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵੇਖ ਰਿਹਾ ਕਿ ਕੇਸ ਕਤਲ ਕਰਾਏ ਹੋਏ ਨੇ ਤੇ ਦਾੜੀ ਵੀ ਕਈਆਂ ਨੇ ਆਪਣੀ ਕਟਿੰਗ ਕਰਵਾਈ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਇਹ ਫਿਰ ਸਾਰੇ ਸਿੱਖਾਂ ਦੇ ਬੱਚੇ ਆ, ਸਿੱਖ ਨੇ, ਜਾਂ ਫਿਰ ਕੁਝ ਹੋਰ ਜਿਹੜੀ ਹੈਗੇ ਧਰਮਾਂ ਦੇ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਰਿਆਂ ਦੇ ਸਾਂਝੇ ਨੇ। ਤੁਹਾਨੂੰ ਇਹ ਲੱਗਦਾ ਕਿ ਹੋਰ ਧਰਮਾਂ ਦੇ ਹੋਣਗੇ ਸਾਰੇ ਇਹ ਸਿੱਖ ਘਾਟੇ ਆ ਰਹੇ ਆ? ਬਿਲਕੁਲ ਜੀ, ਕਹਿ ਸਕਦੇ ਹਾਂ, ਕਿਉਂਕਿ ਪੰਜਾਬ ਦੇ ਲੋਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਲੋਕ ਨੇ, ਪਰ ਹੁਣ ਸਿੱਖੀ ਸਰੂਪ ਤੇ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਭਾਣਾ ਹੈ ਆਪਣਾ, ਜਿਹੜਾ ਸਿੱਖੀ ਸਰੂਪ ਮਹਾਰਾਜ ਨੇ ਸਾਨੂੰ ਬਖਸ਼ਿਆ, ਗੁਰੂ ਗੋਬਿੰਦ ਸਿੰਘ ਜੀ ਨੇ, ਦਸਤਾਰ ਤੇ ਕੇਸ ਤੇ ਦਾੜਾ, ਉਹ ਤੇ ਮੈਨੂੰ ਨਜ਼ਰ ਨਹੀਂ ਆਇਆ ਇੱਥੇ। ਹਾਂਜੀ। ਕਿਉਂ ਤੁਹਾਨੂੰ ਲੱਗਦਾ ਹੈ ਤੁਸੀਂ ਇਸ ਚੀਜ਼ ਨੂੰ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਪਹਿਲਾਂ ਵੀ ਆਏ ਹੋ? ਹਾਂਜੀ। ਤੁਹਾਡੇ ਜੇ ਹੈਦਰਾਬਾਦ ਦੀ ਗੱਲ ਕਰੀਏ ਤਾਂ ਜਿਹੜੇ ਤੁਸੀਂ ਪਰਿਵਾਰ ਦੱਸੇ ਸਾਰੇ ਸਿੱਖੀ ਸਰੂਪ 'ਚ, ਉੱਥੇ ਇਦਾਂ ਦੇਖਣ ਨੂੰ ਨਹੀਂ ਮਿਲਦਾ? ਨਹੀਂ ਜੀ, ਉੱਥੇ ਅਗਰ ਕੋਈ ਕੇਸ ਕਤਲ ਕਰਾ ਵੀ ਲੈਂਦਾ ਹੈ ਤੇ ਉਹਨੂੰ ਪੰਥ ਤੋਂ ਛੇਕਿਆ ਜਾਂਦਾ ਹੈ, ਤੇ ਉੱਥੇ ਮਹਾਰਾਜ ਦੀ ਕਿਰਪਾ ਹੈਗੀ ਕਿ ਸਾਰੇ ਲੋਕ ਸਿੱਖੀ ਸਰੂਪ 'ਚ ਰਹਿੰਦੇ ਨੇ। ਹਾਂਜੀ। ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ? ਹਾਂਜੀ, ਹਾਂਜੀ। ਆਪਣੀ ਪੂਰੀ ਕਮਿਊਨਿਟੀ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ? ਬਿਲਕੁਲ ਜੀ, ਬਿਲਕੁਲ। ਉਹਨੂੰ ਪੰਥ 'ਚ ਛੇਕਿਆ ਜਾਂਦਾ ਹੈ ਤੇ ਮਤਲਬ ਤੁਹਾਨੂੰ ਕੋਈ ਨਹੀਂ ਮਿਲੇਗਾ ਉੱਥੇ, ਸਾਰੇ ਸਿੱਖੀ ਸਰੂਪ 'ਚ ਰਹਿੰਦੇ ਨੇ। ਜਿਵੇਂ ਕਿ ਮੰਨ ਲਓ ਕੋਈ ਗਲਤ ਕੰਮ 'ਚ ਪੈ ਵੀ ਜਾਂਦਾ ਹੈ, ਜਿਵੇਂ ਮੰਨ ਲਓ ਸਿਗਰੇਟ, ਹੁੱਕਾ, ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਪੈ ਰਹੇ ਨੇ, ਤੇ ਉੱਥੇ ਸਾਰੇ ਨੌਜਵਾਨ ਹੈਦਰਾਬਾਦ ਦੇ ਵਿੱਚ ਮਿਲ ਕੇ ਉਹਨੂੰ ਕਾਉਂਸਲਿੰਗ ਦਿੰਦੇ ਨੇ ਤੇ ਅੱਗੇ, ਤਾਂ ਕਿ ਉਹ ਇਹ ਚੀਜ਼ ਰਿਪੀਟ ਨਾ ਕਰੇ ਤੇ ਸਹੀ ਰਾਹ 'ਤੇ ਤੁਰੇ। ਵੀਰੇ ਅੱਜ ਕੱਲ੍ਹ ਤਾਂ ਜਿਹੜਾ ਸਮਾਂ ਹੈਗਾ ਬੜਾ ਤਕਨੀਕੀ ਸਮਾਂ ਹੋ ਗਿਆ, ਹੱਥਾਂ ਦੇ ਵਿੱਚ ਫੋਨ ਆ ਗਏ। ਜਦੋਂ ਪੰਜਾਬ ਦੇ ਵਿੱਚ ਗੱਲ ਕੀਤੀ ਜਾਂਦੀ ਨੌਜਵਾਨਾਂ ਦੇ ਨਾਲ, ਉਹ ਕਹਿੰਦੇ ਕਿ ਸਮੇਂ ਦਾ ਪ੍ਰਭਾਵ ਹੈ। ਹੁਣ ਦੋਸ਼ ਵੀ ਫਿਰ ਨਸ਼ੇ ਦੇ ਲਈ ਸਰਕਾਰਾਂ ਨੂੰ ਦਿੱਤਾ ਜਾਂਦਾ ਹੈ ਕਿ ਸਰਕਾਰਾਂ ਨੇ ਨਸ਼ਾ ਇੰਨਾ ਪੰਜਾਬ ਦੇ ਵਿੱਚ ਲਿਆ ਦਿੱਤਾ ਜਿਸ ਦੇ ਨਾਲ ਨੌਜਵਾਨ ਸਾਡੇ ਵਿਗੜ ਗਏ, ਕਿ ਸਮਾਂ ਹੀ ਇੰਨਾ ਮਾੜਾ ਆ ਗਿਆ ਜੀ, ਕਲਯੁਗ ਦਾ ਸਮਾਂ ਹੈ, ਕੀ ਕਰੀਏ, ਕੌਣ ਨੌਜਵਾਨਾਂ ਨੂੰ ਸਮਝਾਵੇ। ਇੱਥੇ ਤਾਂ ਦਲੀਲਾਂ ਇੱਦਾਂ ਦੀਆਂ ਦਿੱਤੀਆਂ ਜਾਂਦੀਆਂ, ਤੁਹਾਡੇ ਸਮੇਂ ਦਾ ਕੋਈ ਪ੍ਰਭਾਵ ਹੀ ਨਹੀਂ ਪਿਆ। ਉੱਥੇ ਨਹੀਂ ਮੋਬਾਈਲ ਫੋਨ ਆਏ, ਉੱਥੇ ਨਹੀਂ ਨਸ਼ਾ ਆਇਆ, ਉੱਥੇ ਫਿਰ ਸਿੱਖੀ ਸਰੂਪ ਕਿੱਦਾਂ ਰਹਿ ਗਿਆ? ਫਿਰ ਪੰਜਾਬ ਦੇ ਲੋਕਾਂ ਦੀ ਜਿਹੜੀ ਦਲੀਲਾਂ ਹੈ ਉਹ ਸਾਰੀ ਗਲਤ ਮੰਨੀਆਂ ਸੀ। ਦੇਖੀਏ, ਦਲੀਲਾਂ ਨੂੰ ਅਸੀਂ ਗਲਤ ਨਹੀਂ ਮੰਨ ਸਕਦੇ, ਕਿਉਂਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ, ਮੇਰੀ ਓਪੀਨੀਅਨ 'ਚ ਸਰਕਾਰ ਦਾ ਵੀ ਇਹਦੇ 'ਚ ਹੱਥ ਹੈ, ਕਿਉਂਕਿ ਨਸ਼ਾ ਜਿਵੇਂ ਆ ਰਿਹਾ ਪੰਜਾਬ 'ਚ, ਉਹਦੇ ਤੇ ਮੈਨੂੰ ਮਤਲਬ ਮੇਰੀ ਓਪੀਨੀਅਨ 'ਚ ਇਹ ਹੈਗਾ ਕਿ ਸਰਕਾਰ ਦਾ ਕਿਤੇ ਨਾ ਕਿਤੇ ਹੱਥ ਜ਼ਰੂਰ ਹੈ। ਚਾਹੇ ਭਾਵੇਂ ਉਹ ਸੈਂਟਰਲ ਗਵਰਨਮੈਂਟ ਹੋਵੇ ਚਾਹੇ ਭਾਵੇਂ ਸਟੇਟ ਗਵਰਨਮੈਂਟ, ਇਹਨਾਂ ਨੂੰ ਦੇਖਣਾ ਪਏਗਾ, ਕਿਉਂਕਿ ਇਸ ਤਰ੍ਹਾਂ ਨਹੀਂ ਹੈ ਕਿ ਉਹਨਾਂ ਦੀ ਨਜ਼ਰ 'ਚ ਹੈ ਨਹੀਂ ਕਿ ਆ ਰਿਹਾ ਨਸ਼ਾ ਬਾਹਰੋਂ ਜਿਹੜਾ,
ਤੇ ਪਾਕਿਸਤਾਨ ਤੋਂ ਜਿਵੇਂ ਕਹਿੰਦੇ ਨੇ ਕਿ ਬਾਹਰੋਂ ਪਾਕਿਸਤਾਨ ਤੋਂ ਆਂਦਾ ਹੈ ਜਾਂ ਕਿਸੇ ਹੋਰ ਸਟੇਟ ਜਾਂ ਕੰਟਰੀ ਤੋਂ ਆਂਦਾ ਹੈ, ਤੇ ਮੈਨੂੰ ਲੱਗਦਾ ਹੈ ਸਰਕਾਰਾਂ ਦੀ ਵੀ ਇਹਦੇ ਵਿੱਚ ਕਮਜ਼ੋਰੀ ਹੈ ਜਿਹੜੀ ਉਹ ਕਰ ਰਹੇ ਨੇ। ਤੇ ਨਾਲੇ ਨਾਲ ਥੋੜੀ ਪ੍ਰਚਾਰ ਦੀ ਵੀ ਸ਼ਾਇਦ ਹੋ ਸਕਦਾ ਹੈ ਕਿ ਕਲਯੁਗੀ ਪੈਰਾ ਜਿਵੇਂ ਤੁਸੀਂ ਕਿਹਾ ਹੈ, ਤੇ ਉਹਦਾ ਵੀ ਕੋਈ ਕਾਰਨ ਹੋ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਿੱਖੀ ਹੈ ਉਹ ਮਾਪਿਆਂ ਤੋਂ ਮਿਲਦੀ ਬੱਚਿਆਂ ਨੂੰ। ਸਾਡੇ ਜਿਹੜੇ ਹੈਗੇ ਆ ਪੰਜਾਬ ਦੇ ਮਾਂ-ਬਾਪ ਹੀ ਅਜਿਹੇ ਹੋ ਗਏ, ਮਾਪਿਆਂ ਨੇ ਸਿੱਖੀ ਛੱਡਤੀ, ਫਿਰ ਬੱਚਿਆਂ ਦੇ ਉੱਤੇ ਪ੍ਰਭਾਵ ਕਿਸ ਤਰ੍ਹਾਂ ਪੈਣਾ। ਸੋ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਇੱਕ ਫੈਕਟਰ ਮੰਨਿਆ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਪਰਿਵਾਰਾਂ ਜਿਹੜੀ ਸਿੱਖੀ ਬਚੀ ਹੋਈ ਆ ਉਹ ਪਰਿਵਾਰਾਂ ਦਾ ਰੋਲ ਕਿੱਦਾਂ ਰਹਿੰਦਾ, ਮਾਪਿਆਂ ਦੀ ਭੂਮਿਕਾ ਕਿੱਦਾਂ ਦੀ ਰਹਿੰਦੀ ਆ? ਇਹ ਅਹਿਮ ਭੂਮਿਕਾ ਹੁੰਦੀ ਹੈ ਮਾਪਿਆਂ ਦੀ ਜਾਂ ਨਹੀਂ ਹੁੰਦੀ? ਬਿਲਕੁਲ ਜੀ 100% ਹੁੰਦੀ ਹੈ, ਕਿਉਂਕਿ ਜੇਕਰ ਮੈਂ ਮੰਨਾਂ ਕਿ ਮੈਂ ਸ਼ਾਇਦ ਇੱਧਰ ਮੇਰਾ ਜਨਮ ਹੋਇਆ ਹੁੰਦਾ ਤੇ ਮੈਂ ਵੀ ਸ਼ਾਇਦ ਇੱਧਰ ਦੇ ਐਟਮੋਸਫੇਅਰ ਨੂੰ ਦੇਖ ਕੇ ਕਿ ਆਪਣਾ ਜਿਹੜੇ ਅੱਜ ਕੱਲ੍ਹ ਨੌਜਵਾਨ ਦਾੜੀ ਕੱਟਦੇ ਨੇ ਤੇ ਕੇਸ ਕਤਲ ਕਰਾਉਂਦੇ ਨੇ, ਤੇ ਉਹਦਾ ਐਟਮੋਸਫੇਅਰ ਦਾ ਵੀ ਬਿਲਕੁਲ ਫਰਕ ਪੈਂਦਾ ਹੈ ਕਿ ਘਰ ਦਾ ਕਿਵੇਂ ਐਟਮੋਸਫੇਅਰ ਹੈ, ਘਰ ਵਾਲੇ ਸਿੱਖੀ ਸਰੂਪ 'ਚ ਹੈ ਜਾਂ ਨਹੀਂ ਹੈ, ਤੇ ਉਹਦਾ ਬਿਲਕੁਲ ਇਫੈਕਟ ਹੁੰਦਾ ਹੈ। ਹਾਂਜੀ, ਅੱਜ ਕੱਲ੍ਹ ਤਾਂ ਬਈ ਟ੍ਰੈਂਡ ਇਦਾਂ ਦੇ ਆ ਗਏ ਕਿ ਨਾਈ ਕੋਲ ਜਾ ਕੇ ਬੰਦਾ ਕਹਿੰਦਾ ਮੇਰਾ ਫਲਾਣਾ ਇੱਦਾਂ ਦਾ ਹੇਅਰ ਕੱਟ ਕਰ ਦਿਓ, ਆਹ ਕਰ ਦਿਓ, ਹੈ ਨਾ। ਜਿਸ ਤਰ੍ਹਾਂ ਹੁਣ ਦਾੜਾ ਆਂਦਾ ਜਦੋਂ ਤਾਂ ਲੋਕ ਕਹਿੰਦੇ ਚੰਗੀ ਤਰ੍ਹਾਂ ਨਹੀਂ ਦਾੜੀ ਮੇਰੀ ਆਈ, ਉਹ ਫਿਰ ਹੈ ਨਾ ਇੱਦਾਂ ਦੀਆਂ ਜਿਹੜੀਆਂ ਭਾਵਨਾਵਾਂ ਵਿਅਕਤ ਕਰਦੇ ਨੌਜਵਾਨ ਹੀਣ ਭਾਵਨਾ ਦੇ ਸ਼ਿਕਾਰ ਹੋਏ ਹੋਏ ਆਪਣੇ ਮਨ ਦੇ ਵਿੱਚ ਇੱਦਾਂ ਲੱਗਦਾ ਕਿ ਜਿਵੇਂ ਸਿੱਖ ਕਹਾਊਂਗਾ, ਜੇ ਮੈਂ ਪੰਜਾਬੀ ਬੋਲੂੰਗਾ ਸ਼ਾਇਦ ਲੋਕ ਮੈਨੂੰ ਗਵਾਰ ਸਮਝਣਗੇ। ਇਹ ਚੀਜ਼ਾਂ ਦਾ ਇਫੈਕਟ ਤੁਹਾਡੇ ਉੱਥੇ ਨਹੀਂ ਪਿਆ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਇਸ ਤਰ੍ਹਾਂ ਦਾ ਕੋਈ ਫੈਕਟਰ ਹੈ, ਕਿਉਂਕਿ ਮੈਂ ਬਾਹਰ ਦੀ ਸਟੇਟ 'ਤੇ ਵੀ ਗਿਆ ਹੋਇਆ, ਭਾਵੇਂ ਗੋਆ ਹੋ ਗਿਆ ਜਾਂ ਦੂਜੀ ਕਰਨਾਟਕ ਸਟੇਟ 'ਤੇ ਵੀ। ਉੱਥੇ ਅਗਰ ਕੋਈ ਮਤਲਬ ਪੰਜਾਬੀ ਸਿੰਘ ਦਿਖ ਜਾਂਦਾ ਹੈ ਤੇ ਉਹ ਸਿੱਖੀ ਸਰੂਪ ਨੂੰ ਦੇਖ ਕੇ ਆਪਣੇ ਆਪ ਫਤਿਹ ਬੁਲਾਉਂਦਾ ਹੈ ਤੇ ਇੱਕ ਰੈਸਪੈਕਟ ਜੀ ਮਿਲਦੀ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਫੈਕਟਰ ਹੋਏਗਾ ਕਿ ਮਤਲਬ ਜਿਵੇਂ ਅੱਜ ਕੱਲ੍ਹ ਟਰੈਂਡਿੰਗ ਹੈ ਇਸ ਤਰ੍ਹਾਂ ਦਾ ਕੁਝ ਹੋਣਾ ਤਾਂ ਨਹੀਂ ਚਾਹੀਦਾ ਹੈ। ਹਾਂਜੀ, ਫਿਲਮਾਂ ਆ ਰਹੀਆਂ, ਬਾਲੀਵੁੱਡ ਦਾ ਕਹਿੰਦੇ ਲੋਕ ਪ੍ਰਭਾਵ ਕਬੂਲਦੇ ਆ, ਘਰਾਂ ਦੇ ਵਿੱਚ ਟੀਵੀ ਆ ਗਏ, ਬੱਚੇ ਗੁਰਬਾਣੀ ਨਾਲੋਂ ਟੁੱਟ ਗਏ, ਟੀਵੀ ਨਾਲ ਜੁੜ ਗਏ। ਹੁਣ ਤਾਂ ਕਹਿੰਦੇ ਮੋਬਾਈਲ ਫੜ ਕੇ ਛੋਟਾ ਜਿਹਾ ਬੱਚਾ ਜਦੋਂ ਤੱਕ ਉਹਨੂੰ ਮੋਬਾਈਲ ਨਹੀਂ ਦਿੰਦੇ ਉਦੋਂ ਤੱਕ ਉਹ ਸਿਰ ਨਹੀਂ ਪਵਾਉਂਦਾ, ਉਦੋਂ ਤੱਕ ਉਹ ਰੋਟੀ ਨਹੀਂ ਖਾਂਦਾ, ਉਹਨੂੰ ਹਰ ਚੀਜ਼ ਦੇ ਵਿੱਚ ਮੋਬਾਈਲ ਚਾਹੀਦਾ। ਮਾਪੇ ਜਿੱਦ ਪਕਾਉਂਦੇ। ਤੁਹਾਡੇ ਬੱਚੇ ਨਹੀਂ ਜਿੱਦ ਕਰਦੇ ਕਿ ਮੇਰੇ ਮੂਹਰੇ ਤਾਂ ਪਹਿਲਾਂ ਮੋਬਾਈਲ ਰੱਖੋ, ਮੈਂ ਤਾਂ ਫੇਰ ਸਿਰ ਪਵਾਉਣਾ, ਫੇਰ ਰੋਟੀ ਖਾਣੀ ਆ? ਦੇਖिए मोबाइल एक इस तरह की टेक्नोलॉजी है, मतलब हर चीज़ का प्रोस तो कौन होंदा है, जिवें एडवांटेज तो डिसएडवांटेज हर चीज़ की होंदी है, तो आपां उन्होंने पॉजिटिव वे किस तरह लैंदे आ। क्योंकि साडे नाल दे भी सिंह ने ये भी यूट्यूब ते पाठ सुनते ने, कथा जिहड़ी है ਗਿਆਨੀ ਸ਼ੇਰ ਸਿੰਘ ਜੀ ਜਾਂ ਭਾਵੇਂ ਉਹ ਜਿਹੜੇ ਬਾਬਾ ਬੰਤਾ ਸਿੰਘ ਜੀ ਦੀ ਦਸਮ ਮਹਾਰਾਜ ਜੀ ਦੀ ਕਥਾ ਹੋ ਗਈ। ਤੇ ਜਿਵੇਂ ਅਸੀਂ ਰਿਮੋਟ ਏਰੀਆ 'ਚ ਰਹਿੰਦੇ ਹਾਂ, ਮਤਲਬ ਸਾਡੇ ਕੋਲ ਇੰਨੇ ਸਮਾਗਮ ਨਹੀਂ ਹੁੰਦੇ ਜਿਸ ਤਰ੍ਹਾਂ ਪੰਜਾਬ 'ਚ ਅਸੀਂ ਦੇਖੀਏ, ਕੰਪੇਅਰ ਕਰੀਏ, ਤੇ ਸਾਨੂੰ ਅਸੀਂ YouTube 'ਤੇ ਸਰਚ ਕਰਕੇ ਦੇਖ ਲੈਂਦੇ ਹਾਂ ਤੇ ਅਸੀਂ ਕਨੈਕਟ ਹੋ ਰਹੇ ਹਾਂ, ਗੁਰੂ ਸਾਹਿਬ ਤੋਂ ਕਨੈਕਟ ਹੋ ਰਹੇ ਹਾਂ, ਅਸੀਂ ਇਤਿਹਾਸ ਜਾਣ ਰਹੇ ਹਾਂ, ਮਾਨ ਮਰਿਆਦਾ ਆਪਣੀ ਕੀ ਹੈ, ਕਿਸ ਤਰ੍ਹਾਂ ਅਸੀਂ ਹਰ ਚੀਜ਼ ਦੀ ਮਰਿਆਦਾ ਹੈ ਉਹਦੇ ਤੋਂ ਅਸੀਂ ਨੌਲੇਜ ਲੈ ਰਹੇ ਹਾਂ। ਤੇ ਆਪਣੇ 'ਤੇ ਡਿਪੈਂਡ ਹੈ ਕਿ ਅਸੀਂ ਉਸ ਚੀਜ਼ ਨੂੰ ਕਿਸ ਤਰ੍ਹਾਂ ਯੂਟੀਲਾਈਜ਼ ਕਰ ਰਹੇ ਹਾਂ। ਤੇ ਹੁਣ ਮੇਰਾ ਅਗਰ ਉਹਦੇ 'ਤੇ ਮੈਂ ਅਗਰ ਮੂਵੀਜ਼ ਦੇਖ ਰਿਹਾ, ਉਹ ਦੇਖ ਰਿਹਾ, ਤੇ ਉਹ ਮੈਂ ਡਿਸਐਡਵਾਂਟੇਜ ਤੇ ਉਹਦੇ ਹੋਏਗਾ। ਤੇ ਵਿਆਹ ਹੋ ਗਿਆ ਤੁਹਾਡਾ? ਹਾਂਜੀ। ਤੇ ਪੰਜਾਬ 'ਚ ਇੱਕ ਹੋਰ ਧਾਰਨਾ ਹੈ, ਸਿੰਘ ਸਾਹਿਬ ਤੁਸੀਂ ਵੀ ਅੱਗੇ ਆ ਜਾਓ। ਪੰਜਾਬ 'ਚ ਇੱਕ ਹੋਰ ਧਾਰਨਾ ਹੈ ਕਿ ਸਰਦਾਰ ਮੁੰਡਿਆਂ ਨੂੰ ਤਾਂ ਜੀ ਕੁੜੀਆਂ ਹੀ ਪਸੰਦ ਨਹੀਂ ਕਰਦੀਆਂ। ਕਈ ਮੁੰਡੇ ਅਜਿਹੇ ਤਰਕ ਵੀ ਦਿੰਦੇ ਆ ਕਿ ਦਾੜੀ ਕਟਾਤੀ, ਵਿਆਹ ਹੀ ਨਹੀਂ ਸੀ ਹੋ ਰਿਹਾ, ਕੁੜੀਆਂ ਪਸੰਦ ਨਹੀਂ ਕਰਦੀਆਂ, ਸਟਾਈਲਿਸ਼ ਹੋਵਾਂਗੇ, ਜ਼ਮਾਨੇ ਦੇ ਨਾਲ ਤੁਰਾਂਗੇ ਤਾਂ ਵਿਆਹ ਹੋਣਗੇ। ਮੈਂ ਇਹ ਵੀ ਚੀਜ਼ ਸੁਣੀ ਹੈ ਕਿ ਕਈ ਮਤਲਬ ਐਡਵਰਟਾਈਜ਼ਮੈਂਟ ਵੀ ਦੇਖੇ ਜਿੱਥੇ ਕਹਿੰਦੇ ਨੇ ਕਿ ਮੁੰਡਾ ਸਰਦਾਰ ਹੋਣਾ ਚਾਹੀਦਾ ਹੈ। ਕਈ ਇਹ ਵੀ ਕਹਿੰਦੇ ਕਿ ਕਲੀਨ ਸ਼ੇਵ ਹੋਣਾ ਚਾਹੀਦਾ ਹੈ ਤੇ ਅਜਿਹੀਆਂ ਚੀਜ਼ਾਂ ਵੀ। ਕੁੜੀਆਂ ਫਿਰ ਤੁਹਾਡੇ ਉੱਥੇ ਜਿੱਦਾਂ ਤੁਹਾਡੇ ਵਿਆਹ ਦੇ ਵਿੱਚ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆਉਂਦੀ? ਜਿਹੜੀ ਜਿੱਦਾਂ ਦੀ ਕਮਿਊਨਿਟੀ ਹੈਗੀ, ਸਿੱਖ ਕਮਿਊਨਿਟੀ ਜਿਹੜੀ ਰਹਿੰਦੀ ਹੈਦਰਾਬਾਦ ਦੇ ਵਿੱਚ, ਕੁੜੀਆਂ ਵੀ ਮਾਣ ਮਹਿਸੂਸ ਕਰਦੀਆਂ ਕਿ ਮੁੰਡਾ ਸਰਦਾਰ ਹੀ ਹੋਣਾ ਚਾਹੀਦਾ? ਬਿਲਕੁਲ ਜੀ, ਉੱਥੇ ਤੇ ਮਤਲਬ ਜਿਵੇਂ ਕਿਸੇ ਨੇ ਕੇਸ ਕਤਲ ਕਰਾਏ ਹੋਏ ਹਨ, ਜੇ ਉਹ ਸਿੱਖੀ ਸਰੂਪ 'ਚ ਨਹੀਂ ਹੈ ਤੇ ਉਹ ਆਪਣੀ ਕੋਈ ਬੇਟੀ ਨੂੰ ਵਿਆਹ ਵੀ ਨਹੀਂ, ਮਤਲਬ ਉੱਥੇ ਵਿਆਹ ਵੀ ਨਹੀਂ ਕਰਾਉਂਦਾ। ਤੇ ਜੇ ਮੁੰਡਾ ਸਿੱਖ ਸਰੂਪ 'ਚ ਹੈ ਨਹੀਂ ਤਾਂ ਵਿਆਹ ਬੇਟੀ ਨਹੀਂ ਦੇਊਗਾ ਕੋਈ? ਨਹੀਂ ਹੋਏਗਾ। ਹੋ ਸਕਦਾ ਹੈ ਕਿ ਉਹਨਾਂ ਦਾ ਪਰਿਵਾਰ ਵੀ ਅਗਰ ਮਤਲਬ ਜਿਵੇਂ ਮੰਨ ਲਓ 1-8% ਕੋਈ ਰਹਿ ਵੀ ਗਿਆ ਉੱਥੇ ਕਿ ਜਿਨ੍ਹਾਂ ਨੇ ਆਪਣੇ ਸਿੱਖੀ ਸਰੂਪ 'ਚ ਹੈ ਨਹੀਂ, ਉਹ ਸ਼ਾਇਦ ਦੇ ਦੇਣ, ਪਰ ਜਿਹੜੇ ਸਿੱਖੀ ਸਰੂਪ 'ਚ ਹੈ ਉਹ ਨਹੀਂ ਦਿੰਦੇ, ਉਹ ਕਿਸੇ ਨਾਲ ਇਸ ਤਰ੍ਹਾਂ ਵਿਆਹ ਨਹੀਂ ਕਰਾਉਂਦੇ। ਹਾਂਜੀ, ਗੁਰੂ ਸਾਹਿਬ ਦਾ ਹੀ ਹੁਕਮ ਸੀ ਜਿਸ ਤਰ੍ਹਾਂ ਕਿ ਜਿਹੜੇ ਸਿੱਖੀ ਸਰੂਪ 'ਚ ਨਹੀਂ ਹੈਗੇ, ਸਿੱਖਾਂ ਦੇ ਘਰ 'ਚ ਬੇਟੀਆਂ ਦੇਣੀਆਂ, ਤਾਂ ਉਹ ਹੁਕਮ ਅਜੇ ਵੀ ਤੁਸੀਂ ਪਾਲਣਾ ਕਰ ਰਹੇ ਹੋ? ਹਾਂਜੀ, ਕਰ ਰਹੇ ਹਾਂ ਜੀ। ਤੇ ਬੱਚੇ ਫਿਰ ਤੁਹਾਡੇ ਨਹੀਂ ਜਿੱਦ ਕਰਦੇ? ਤੁਹਾਡੇ ਬੱਚੇ ਨਹੀਂ ਕਹਿੰਦੇ ਕਿ ਪਾਪਾ ਮੈਂ ਤਾਂ ਜਿਹੜਾ ਹੈਗਾ ਮੋਬਾਈਲ ਫੋਨ ਦੇਖਣਾ ਹੈ? ਤੇ ਜਿੱਦਾਂ ਤੁਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ, ਹੁਣ ਮੈਂ ਕੁਝ ਬੱਚੇ ਇੱਥੇ ਦੇਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਕੁਰਬਾਨੀ ਦੇ
ਇਹ ਦਿਹਾੜੇ ਮਨਾਏ ਜਾ ਰਹੇ ਆ ਤੇ ਗੱਲਾਂ ਬੱਚੇ ਕਾਰਾਂ ਦੀਆਂ ਕਰ ਰਹੇ ਆ, ਖਿਡੌਣਿਆਂ ਦੀ ਕਰ ਰਹੇ ਆ। ਮਾਪੇ ਵੀ ਬੱਚਿਆਂ ਨੂੰ ਖਿਡੌਣਿਆਂ ਦੀ ਦੁਕਾਨਾਂ ਵੱਲ ਲੈ ਕੇ ਜਾ ਰਹੇ ਤੇ ਝੂਟੇ ਚੰਡੋਲ ਝੂਲੇ ਜਾ ਰਹੇ। ਕਈ ਥਾਵਾਂ ਤੇ ਚਲੋ ਇੱਥੇ ਤਾਂ ਬੰਦ ਆ, ਹੋਰ ਕਈ ਥਾਵਾਂ ਤੇ ਦੇਖਣ ਨੂੰ ਮਿਲੇ। ਨੌਜਵਾਨਾਂ ਨੇ ਰੋਕਣ ਦਾ ਯਤਨ ਵੀ ਕੀਤਾ। ਅਜਿਹੀਆਂ ਚੀਜ਼ਾਂ ਹੈ, ਜੇ ਕਦੀ ਤੁਹਾਡੇ ਬੱਚਿਆਂ ਨੂੰ ਇੱਥੇ ਆਉਣ ਦਾ ਸਬਬ ਮਿਲੇ, ਕੀ ਉਦਾਹਰਣ ਪੇਸ਼ ਕਰੋਗੇ? ਤੁਹਾਡੇ ਬੱਚੇ ਵੀ ਇਹਨਾਂ ਚੀਜ਼ਾਂ ਵੱਲ ਖਿੱਚੇ ਜਾਣਗੇ? ਤੁਸੀਂ ਵੀ ਦਿਖਾਓਗੇ ਉਹਨਾਂ ਨੂੰ ਇਹ ਚੀਜ਼ਾਂ? ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਬਚਾਓਗੇ ਇਹਨਾਂ ਚੀਜ਼ਾਂ ਦੇ ਉੱਤੋਂ? ਕਿਉਂਕਿ ਇਹ ਜਿਹੜਾ ਮਾਹੌਲ ਬਣਿਆ ਹੈ ਇਸ ਦੇ ਵਿੱਚ ਤਾਂ ਬੱਚੇ ਮੰਗ ਕਰਦੇ ਹੀ ਆ। ਦੇਖੋ, ਇਹ ਤੇ ਅਪਬ੍ਰਿੰਗਿੰਗ ਤੇ ਵੀ ਡਿਪੈਂਡ ਕਰਦਾ ਹੈ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ। ਤੇ ਬੱਚਿਆਂ ਨੂੰ ਜਦੋਂ ਇੱਥੇ ਅਗਰ ਆਪਣੇ ਬੱਚਿਆਂ ਨੂੰ ਅਸੀਂ ਲੈ ਕੇ ਆ ਰਹੇ ਹਾਂ ਤੇ ਉਹਨਾਂ ਨੂੰ ਇਤਿਹਾਸ ਜਿਹੜਾ ਹੈ ਬਤਾਉਣਾ ਚਾਹੀਦਾ ਹੈ। ਉਹਨਾਂ ਨੂੰ ਇਨਸਪੀਰੇਸ਼ਨ ਦੇਣੀ ਚਾਹੀਦੀ ਹੈ ਕਿ ਕਿਵੇਂ ਸਿੱਖੀ ਸਿਦਕ ਨੂੰ ਆਪਣੇ ਗੁਰੂਆਂ ਨੇ, ਸਾਹਿਬਜ਼ਾਦਿਆਂ ਨੇ ਮੰਨਿਆ ਹੈ ਤੇ ਇਤਿਹਾਸ ਨਾਲ ਉਹਨਾਂ ਨੂੰ ਕੀ ਹੈ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਤੇ ਉਹਨਾਂ ਨਾਲ ਜਦ ਅਸੀਂ ਇਤਿਹਾਸ ਨਾਲ ਜੋੜਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਤੇ ਹੋਰ ਡਾਇਰੈਕਸ਼ਨ 'ਚ ਬੱਚੇ ਜਾਣਗੇ। ਸਿੰਘ ਸਾਹਿਬ, ਤੁਹਾਡਾ ਸ਼ੁਭ ਨਾਮ ਕੀ ਹੈ? ਮੇਰਾ ਨਾਮ ਸਰਦਾਰ ਜਸਪ੍ਰੀਤ ਸਿੰਘ ਆ। ਸਰਦਾਰ ਜਸਪ੍ਰੀਤ ਸਿੰਘ। ਫਿਰ ਮੈਂ ਇੱਕ ਵਾਰੀ ਗੱਲ ਦੁਹਰਾ ਦਿਆਂ ਕਿ ਦੇਖੋ ਕਿੰਨੇ ਮਾਣ ਦੇ ਨਾਲ, ਜੇ ਪੰਜਾਬ ਦੇ ਵਿੱਚ ਕਿਸੇ ਨੂੰ ਪੁੱਛੋ ਤਾਂ ਆਪਣੇ ਗੋਤ ਲਾ ਦੇਣਗੇ ਨਾਲ। ਸਿੰਘ ਤਾਂ ਹੁਣ ਕੱਟ ਹੀ ਦਿੱਤਾ, ਸਿੰਘ ਤੋਂ ਬਾਅਦ ਸਿੱਧਾ ਹੀ ਆਪਣਾ ਗੋਤ ਲਗਾਇਆ ਜਾਂਦਾ ਮਾਣ ਦੇ ਵਜੋਂ। ਸਰਦਾਰ ਅੱਗੇ ਲਗਾਉਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ। ਉਹਨਾਂ ਦੇ ਵਿੱਚੋਂ ਸ਼ਾਇਦ ਅਸੀਂ ਵੀ ਸ਼ਰਮਸਾਰ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ। ਇਹਨਾਂ ਵੀਰਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਤੇ ਬਈ, ਜੇ ਤੁਹਾਨੂੰ ਆਪਣੇ ਬੱਚਿਆਂ ਨੂੰ ਇੱਥੇ ਹੁਣ ਲਿਆਉਣਾ ਪਵੇ ਪੰਜਾਬ ਦੇ ਵਿੱਚ, ਇਹਨਾਂ ਸਮਾਗਮਾਂ ਦੇ ਵਿੱਚ, ਜਿਹੜੇ ਸਮਾਗਮੇ ਉੱਚੀ ਸੁੱਚੀ ਜਿਹੜੀ ਸ਼ਰਧਾ ਦਾ ਪ੍ਰਤੀਕ ਆ, ਸ਼ਰਧਾ ਦੇ ਨਾਲ ਇੱਥੇ ਆਉਣਾ ਚਾਹੀਦਾ। ਤੁਹਾਡੇ ਬੱਚੇ ਤਾਂ ਫਿਰ ਬਈ ਵਿਗੜ ਜਾਣਗੇ ਇੱਥੇ ਦੇਖ ਕੇ ਸਾਰਾ ਮਾਹੌਲ। ਬੱਚਿਆਂ ਨੂੰ ਲਿਆਉਣਾ ਚਾਹੋਗੇ ਤੁਸੀਂ ਇੱਥੇ ਅਜਿਹੇ ਮਾਹੌਲ ਦੇ ਵਿੱਚ ਜਿੱਥੇ ਬੱਚੇ ਤੁਹਾਡੇ ਬੱਚੇ ਵੀ ਦੇਖ ਕੇ ਤੁਹਾਡੇ ਸਰੂਪ ਨੂੰ ਛੱਡ ਦੇਣ? ਵੈਸੇ ਤਾਂ ਇਹ ਗੱਲ ਮੈਂ ਕਹਿਣਾ, ਜੇ ਆਪਾਂ ਇੱਕ ਚੀਜ਼ ਬਿਉਂਦੇ ਆ ਬੀਜ, ਉਹਨੂੰ ਆਪਾਂ ਹਲਕਾ ਜਿਹਾ ਪਾਣੀ ਪਾਉਂਦੇ ਆ, ਉਹ ਵੱਧੂ ਜਾਊਗਾ। ਉਹ ਟਰੀ ਜਿਹੜਾ ਆਪਾਂ ਇੰਗਲਿਸ਼ ਕਹਿੰਦੇ ਆ ਟਰੀ, ਅਸੀਂ ਇੱਕ ਬੀਜ ਬੋਨੇ ਆ, ਉਹਨੂੰ ਹਲਕਾ ਪਾਣੀ ਪਿਆਉਂਦੇ ਆ। ਤਾਂ ਹੀ ਅਸੀਂ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੰਦੇ ਆ ਕਿ ਬਚਪਨ ਤੋਂ ਹੀ ਉਹਨੂੰ ਸਿੱਖੀ ਤੋਂ, ਸਿਦਕ ਤੋਂ, ਮਰਿਆਦਾ ਨਾਲ ਜੁੜਦੇ ਰਹਿੰਦੇ। ਉੱਥੇ ਸਾਰੇ ਮਾਤਾ ਪਿਤਾ ਉਹੀ ਸਿੱਖਿਆ ਦਿੰਦੇ ਉਹਨੂੰ ਮਰਿਆਦਾ ਦੀ। ਪਰ ਅਸੀਂ ਇਸ ਤਰ੍ਹਾਂ ਕਹਿੰਦੇ ਆ ਕਿ ਬਈ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਬਣ ਗਿਆ ਵਾ। ਸਰਕਾਰਾਂ ਵੀ ਬਹੁਤ ਵੱਡਾ ਦੋਸ਼ ਆ ਇਸ 'ਤੇ। ਉਹ ਕਦੀ ਇਹ ਨਹੀਂ ਕਹਿੰਦੇ ਕਿ ਭਾਈ ਮਰਿਆਦਾ ਚਲਾਓ, ਉਹ ਕਹਿੰਦੇ ਜੇ ਮਰਿਆਦਾ ਦੀ ਗੱਲ ਕਰਦਾ ਉਹਨੂੰ ਪੁਲਿਸ ਥਾਣੇ ਪਾਉਣ ਦਿੰਦੇ, ਉਹਦੇ ਪਰਚਾ ਪਾਉਣ ਦਿੰਦੇ ਨੇ। ਖੈਰ, ਅਸੀਂ ਅਜਿਹਾ ਕੁਝ ਇੱਥੇ ਨਹੀਂ ਕਰਦੇ, ਪਰ ਕੁਝ ਚੈਨਲ ਮੈਂ ਦੇਖੇ ਆ ਜਿਹੜੇ ਅਕਸਰ ਨੌਜਵਾਨਾਂ ਸਵਾਲ ਪੁੱਛਦੇ ਤੁਹਾਨੂੰ ਪਤਾ ਹੈ ਕਿ ਇੱਥੇ ਕੀ ਹੋਇਆ ਸੀ, ਤਾਂ ਬਹੁਤੇ ਨੌਜਵਾਨਾਂ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਵਾਪਰਿਆ ਕੀ ਆ, ਅਸੀਂ ਕਰਨ ਕੀ ਇੱਥੇ ਆਏ ਆ, ਇੱਥੇ ਕਰਨਾ ਕੀ ਚਾਹੀਦਾ, ਕਿਹੜੀਆਂ ਭਾਵਨਾਵਾਂ ਇੱਥੇ ਲੈ ਕੇ ਆਉਣਾ ਹੈ। ਹੱਸਦੇ ਹੋਏ ਨਜ਼ਰ ਆਉਂਦੇ ਆ, ਟਰੈਕਟਰਾਂ ਨੂੰ ਇਸ ਤਰ੍ਹਾਂ ਸ਼ਿੰਗਾਰਿਆ ਜਾਂਦਾ ਹੈ ਕਿ ਦਿਖਾਵਾ ਜਿਸ ਤਰ੍ਹਾਂ ਕਰਨਾ ਹੋਵੇ ਕਿ ਮੇਰਾ ਟਰੈਕਟਰ ਬਹੁਤ ਵਧੀਆ ਹੈ, ਜਾਂ ਲੋਕੀ ਦੇਖਣ, ਮੈਨੂੰ ਖੜ ਕੇ ਦੇਖਿਆ ਜਾਵੇ। ਅਜਿਹੀਆਂ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ। ਇੱਥੇ ਆ ਕੇ ਵੀ ਕੁਝ ਆਪੱਤੀਜਨਕ ਚੀਜ਼ਾਂ ਇੱਥੇ ਅਜਿਹੀਆਂ ਮਿਲਦੀਆਂ ਦੇਖਣ ਨੂੰ ਜਿਨ੍ਹਾਂ ਦਾ ਸਿੱਖ ਧਰਮ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ, ਹੈ ਨਾ। ਤੇ ਫਿਰ ਤੁਸੀਂ ਜੇ ਆਪਣੇ ਬੱਚਿਆਂ ਨੂੰ ਪੰਜਾਬ ਲਿਆਓਗੇ, ਤੁਹਾਨੂੰ ਨਹੀਂ ਲੱਗਦਾ ਵੀ ਪ੍ਰਭਾਵ ਉਹਨਾਂ ਦੇ ਉੱਤੇ ਪਊਗਾ? ਇਹ ਕਿੱਦਾਂ ਸਾਰਾ ਕੁਝ ਠੀਕ ਹੋ ਸਕਦਾ ਹੈ? ਤੁਸੀਂ ਕਿੱਦਾਂ ਰੱਖਿਆ ਹੋਇਆ ਆਪਣਾ ਸਾਰਾ ਸੱਭਿਆਚਾਰ, ਆਪਣਾ ਜਿਹੜਾ ਠੀਕ ਸੈੱਟ ਰੱਖਿਆ ਹੋਇਆ, ਇੱਥੇ ਕਿੱਦਾਂ ਠੀਕ ਹੋਊਗਾ ਇਹ? ਪਹਿਲਾਂ ਤਾਂ ਇੱਕ ਗੱਲ ਆ, ਜਿਹੜਾ ਆਪਾਂ ਟਰੈਕਟਰ ਤਿਆਰ ਕਰਦੇ ਆ ਉਦੋਂ ਹੀ ਬਚਪਨ ਤੋਂ ਅਸੀਂ ਬੱਚਿਆਂ ਨੂੰ ਤਿਆਰ ਕਰ ਦਿੱਤਾ। ਇਹ ਗੱਲ ਵਾਧੂ ਦੀ ਨਹੀਂ, ਬਸ ਹੋਈ ਆ। ਨਹੀਂ, ਜਿਹੜੇ ਬੱਚੇ ਹੁਣ ਜਿੱਦਾਂ ਭਾਵਨਾਵਾਂ ਇਸ ਤਰ੍ਹਾਂ ਦੀ ਹੁੰਦੀਆਂ ਨਾ, ਤੁਸੀਂ ਮੇਰੀ ਪੰਜਾਬੀ ਸਮਝ ਆ ਰਹੀ ਤੁਹਾਨੂੰ ਪੂਰੀ? ਹਾਂ, ਜਿੱਦਾਂ ਇੱਥੇ ਲੋਕ ਆਉਂਦੇ ਆ ਨਾ, ਤਾਂ ਉਹ ਸ਼ਰਧਾ ਭਾਵਨਾਵਾਂ ਦੇ ਨਾਲ ਆਉਣ ਦੀ ਥਾਂ ਇਸ ਥਾਂ ਦੇ ਉੱਤੇ ਸ਼ਿੰਗਾਰ ਕੇ ਆਉਂਦੇ ਆ, ਸੋਹਣੇ ਕੀਮਤੀ ਕੱਪੜੇ ਪਾ ਕੇ ਆਉਣਾ ਚਾਹੁੰਦੇ ਆ ਕਿ ਸਾਨੂੰ ਲੋਕੀ ਦੇਖਣ। ਸੋਹਣੇ ਆ ਟਰੈਕਟਰ ਸਜਾ ਕੇ ਲਿਆਉਣੇ ਚਾਹੁੰਦੇ ਵੀ ਉਹਨਾਂ ਦੀ ਚਰਚਾਵਾਂ ਹੋਵੇ, ਪਰ ਉਹਦੇ ਵਿੱਚੋਂ ਜਿਹੜੀ ਭਾਵਨਾ ਹੁੰਦੀ ਹੈ, ਨਤਮਸਤਕ ਹੋਣ ਆਉਣਾ ਹੁੰਦਾ ਗੁਰੂ ਸਾਹਿਬ ਨੂੰ, ਉਹ ਉਹਦੇ ਵਿੱਚੋਂ ਮਿਸਿੰਗ ਹੋ ਜਾਂਦਾ, ਉਸ ਗੱਲ ਦੇ ਵਿੱਚੋਂ ਨਿਕਲ ਜਾਂਦਾ ਹੈ। ਤੁਹਾਡੀ ਗੱਲ ਨਹੀਂ ਸਮਝਿਆ ਤੁਸੀਂ ਮੇਰੀ ਗੱਲ ਹੀ ਸਮਝੀ ਨਹੀਂ ਜੀ। ਮਤਲਬ ਲੋਕ ਸ਼ੌਕੀਨੀਆਂ ਲਾ ਕੇ ਇੱਥੇ ਆਉਣਾ ਚਾਹੁੰਦੇ ਆ, ਸੱਜ ਧੱਜ ਕੇ ਆਉਣਾ ਚਾਹੁੰਦੇ ਆ, ਉਹ ਭਾਵਨਾ ਮਿਸਿੰਗ ਆ ਇਸ ਥਾਂ ਦੇ ਉੱਤੋਂ ਜਦੋਂ ਨੌਜਵਾਨ ਪੰਜਾਬ ਦੇ ਆ ਰਹੇ। ਤੁਸੀਂ ਇਹ ਭਾਵਨਾ ਕਿੱਦਾਂ ਬਰਕਰਾਰ ਰੱਖੀ ਹੋਈ ਹੈ? ਤੁਸੀਂ ਇਹ ਭਾਵਨਾ ਅਜੇ ਵੀ ਤੁਹਾਡੇ ਅੰਦਰ ਕਿੱਦਾਂ ਕਾਇਮ ਆ? ਪੰਜਾਬ ਦੇ ਨੌਜਵਾਨਾਂ ਦੇ ਵਿੱਚ ਉਹ ਭਾਵਨਾ ਕਿਉਂ ਨਹੀਂ ਰਹੀ? ਅਸੀਂ ਮਹਾਰਾਜ ਦਾ ਬਾਣਾ ਮੰਨਦੇ ਚੱਲਦੇ ਆ, ਮਹਾਰਾਜ ਦੀ ਮਰਿਆਦਾ ਨਾਲ ਚੜ੍ਹਦੇ ਆ ਅਸੀਂ। ਤਾਂ ਹੀ ਤੋਂ ਹੀ ਅਸੀਂ ਸੰਪੂਰਨ ਆ, ਮਹਾਰਾਜ ਦੇ ਹਜ਼ੂਰੀ ਰਹਿੰਦੇ ਆ ਅਸੀਂ ਨਾ ਬਾਲ ਕੱਟ ਕਰਾਉਂਦੇ ਆ, ਨਾ ਕੋਈ ਦਾੜੀ ਕੱਟ ਕਰਾਉਂਦੇ ਆ। ਅਸੀਂ ਮਹਾਰਾਜ ਦੀ ਮਰਿਆਦਾ ਨਾਲ ਹੀ ਰਹਿੰਦੇ ਆ, ਮਹਾਰਾਜ ਦੇ ਹੁਕਮ ਨਾਲ ਹੀ ਰਹਿੰਦੇ ਆ। ਅਸੀਂ ਉਹੀ ਬੱਚਿਆਂ ਨੂੰ ਅਸੀਂ ਵੀ ਸਿਖਾਉਂਦੇ ਆ ਕਿ ਭਈ ਮਹਾਰਾਜ ਦੇ ਹਜ਼ੂਰੀ ਨਾਲ, ਮਹਾਰਾਜ ਦੇ ਹੁਕਮ ਨਾਲ ਰਹੋ, ਤਾਂ ਹੀ ਸਾਡੇ ਬੱਚੇ ਸੰਪੂਰਨ ਹੁੰਦੇ ਆ। ਅਸੀਂ ਤੁਸੀਂ ਮਹਿਸੂਸ ਕਰਦੇ ਹੋ ਇੱਥੇ ਜਦੋਂ ਅੱਜ ਆਏ ਹੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ,
ਮਹਿਸੂਸ ਕਰਦੇ ਹੋ? ਕਿੰਨਾ ਕੁ ਨੇੜੇ ਮਹਿਸੂਸ ਕਰਦੇ ਹੋ ਗੁਰੂ ਸਾਹਿਬ ਦੇ ਆਪਣੇ ਆਪ ਨੂੰ? समझा नहीं मैं। अपने आप ਨੂੰ हिंदी बोलना मैं हिंदी समझते सी हाँ जी, समझ। अपने आप को आप कितना गुरु साहब के नज़दीक नेड़े महसूस करते हो जब आप यहाँ पे आते हो? जो आज हम यहाँ ठहरे हो गुरु महाराज की शहादत की वजह से ठहरे हैं। छोटे साहिबजादे अगर शहादत नहीं देते तो आज वो जाम शहादत का नहीं पीते तो आज हम यहाँ ठहर भी नहीं सकते थे। आज हम मुसलमान या तो हिंदू बन जाते थे। महाराज अगर शहादत नहीं देते तो आज अपने को सिक्की स्वरूप नहीं बख्शे जाते थे। क्या समझते हो कि पंजाब के नौजवान ये महसूस क्यों नहीं कर पा रहे? आप महसूस करते हो, इतनी दूर से आप आए हो, हैदराबाद से आए हो, तो आपको ये महसूस हो रहा है, आप श्रद्धा भावना के साथ यहाँ पे आप नतमस्तक होने के लिए आ रहे हो, लेकिन क्या देखते हो आप जहाँ पे जैसे आप यहाँ पे आए हो, इस रास्ते से गुजर रहे हो, तो क्या महसूस हो रहा है आपको कि क्यों 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 नौजवान ये ऐसा क्यों नहीं कर पा रहे? ये इतनी दूर क्यों चले गए सिक्की से? अगर वही यही नौजवान जो ट्रैक्टर सजा रहे वही अपने बच्चे को वही टाइम में थोड़ा संत्या देते थे, थोड़ा अभ्यासा बाणी के नाल जोड़ते थे तो आज ये नौबत नहीं आती थी पंजाब में। वही बच्चा आज संत्या के नाल गुरु महाराज के लड़ में लगता था। आज अगर ये जो ट्रैक्टर सजाने का जो उनका टाइम जा रहा है, ट्रैक्टर सजाना, ये वो जो फिरका परस्ती कर रहे हैं वही अगर गुरु महाराज के बच्चों को लड़ लाते तो आज ये नौबत केस कटाने की नहीं आती थी। आपके बच्चे वहाँ पे आप संध्या देते हो बच्चों को? नहीं असी नहीं, असी संत्या लेने आओ तो अब हम संत्या लेते हैं अभी संध्या ले रहे हो? हाँ जी। ਪੁੱਛ ਰਹੇ ਨੇ नहीं, ਜੀ वहाँ पे- ਬਿਲਕੁਲ ਉੱਥੇ ਬੱਚਿਆਂ ਨੂੰ ਸੰਧਿਆ ਦਿੱਤੀ ਜਾਂਦੀ ਹੈ ਕਿਉਂਕਿ ਸਾਡੇ ਹੈਦਰਾਬਾਦ ਤੋਂ 300 ਕਿਲੋਮੀਟਰ ਦੂਰ ਤਖਤ ਸ੍ਰੀ ਹਜੂਰ ਸਾਹਿਬ ਹੈਗਾ ਤੇ ਉਦੋਂ ਜਿਹੜੇ ਵੀ ਉਦੋਂ ਅਸੀਂ ਸਾਨੂੰ ਜਿਹੜੀ ਸੰਧਿਆ ਉੱਥੋਂ ਮਿਲਦੀ ਹੈ ਤੇ ਪੰਜਾਬੀ ਭਾਸ਼ਾ ਉੱਥੇ ਹੈਦਰਾਬਾਦ ਦੀ ਭਾਸ਼ਾ ਕਿਹੜੀ ਆ, ਕਿਹੜੀ ਬੋਲੀ ਜਾਂਦੀ ਆ? ਹੈਦਰਾਬਾਦ ਦੇ ਵਿੱਚ ਤੇਲਗੂ ਭਾਸ਼ਾ ਜਿਹੜੀ ਉੱਥੇ ਬੋਲੀ ਜਾਂਦੀ ਹੈ। ਤੁਸੀਂ ਫਿਰ ਪੰਜਾਬੀ ਨੂੰ ਕਿੱਦਾਂ ਜਿਉਂਦੇ ਰੱਖਿਆ ਹੋਇਆ ਹੈ? ਇੰਨੀ ਘੱਟ ਗਿਣਤੀ ਸਿੱਖਾਂ ਦੀ, ਫਿਰ ਵੀ ਪੰਜਾਬੀ ਬੋਲੀ ਤੁਹਾਨੂੰ ਆਉਂਦੀ ਹੈ। ਚਲੋ ਵੀਰ ਪੂਰੀ ਤਰ੍ਹਾਂ ਮੈਂ ਫਲੂਐਂਟ ਬੋਲਦਾ ਜ਼ਿਆਦਾ, ਉਹ ਨਹੀਂ ਉਹਨਾਂ ਨੂੰ ਜ਼ਿਆਦਾ ਕੈਚ ਕਰ ਸਕੇ, ਪਰ ਤੁਸੀਂ ਪੰਜਾਬੀ ਸ਼ੁੱਧ ਪੰਜਾਬੀ ਕਿੱਦਾਂ ਬੋਲਦੇ ਹੋ? ਕਲਾਸਾਂ ਲੱਗਦੀਆਂ ਉੱਥੇ ਪਰਿਵਾਰ ਦੇ ਵਿੱਚ ਅੱਜ ਵੀ ਬੋਲ ਚਾਲ 'ਚ ਪੰਜਾਬੀ? ਨਹੀਂ ਕਲਾਸਾਂ ਤੇ ਨਹੀਂ ਲੱਗਦੀ ਕਿਉਂਕਿ ਜਿਹੜੇ ਵੀ ਉੱਥੇ ਸਾਡੇ ਸਿੱਖ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੇ ਲੋਕਲ ਕਲਚਰ ਅਡਾਪਟ ਕੀਤਾ ਹੋਇਆ ਹੈ ਜਿਵੇਂ ਕਿ ਖਾਣਾ ਪੀਣਾ ਲੋਕਲ ਹੈ ਜਿਵੇਂ ਉੱਥੇ ਦਾਲ ਚਾਵਲ ਜ਼ਿਆਦਾ ਚੱਲਦਾ ਹੈ ਤੇ ਆਪਾਂ ਰੋਟੀ ਜ਼ਿਆਦਾ ਖਾਂਦੇ ਹਾਂ ਤੇ ਕਲਚਰ ਉੱਥਾ ਸਾਰਾ ਅਡਾਪਟ ਕੀਤਾ ਹੈ ਪਰ ਰਿਲੀਜੀਅਸਲੀ ਗੱਲ ਕਰੀਏ ਤੇ ਆਪਣਾ ਸਿੱਖੀ ਸਰੂਪ ਨਹੀਂ ਛੱਡਿਆ। ਉੱਥੇ ਪੁਰਾਤਨ ਸਿੰਘ ਹੈਗੇ, ਪੁਰਾਤਨ ਗੁਰਦੁਆਰੇ ਹੈਗੇ ਨੇ, ਸ਼ਸਤਰਾਂ ਦੀ ਮਰਿਆਦਾ ਹੈ ਤੇ ਜਿਹੜੀ ਪੁਰਾਤਨ ਮਰਿਆਦਾ ਗੁਰੂ ਸਾਹਿਬ ਤੋਂ ਚੱਲਦੀ ਹੋਈ ਆ ਰਹੀ ਹੈ ਉਹ ਉੱਥੇ ਅਜੇ ਵੀ ਚੱਲ ਰਹੀ ਹੈ ਤੇ ਸੰਥਿਆ ਬੱਚਿਆਂ ਨੂੰ ਮਿਲਦੀ ਹੈ ਉੱਥੇ। ਤੁਸੀਂ ਵੀ ਸੰਥਿਆ ਲਈ ਹੈ? ਬਿਲਕੁਲ ਜੀ, ਮੈਂ ਸੰਥਿਆ ਲਿੱਤੀ ਹੋਈ ਹੈ। ਤੇ ਸ਼ਸਤਰਾਂ ਦੀ ਤੁਸੀਂ ਗੱਲ ਕੀਤੀ ਕਿ ਸ਼ਸਤਰਾਂ ਦੀ ਮਰਿਆਦਾ, ਬਹੁਤ ਪੁਰਾਤਨ ਸ਼ਸਤਰ ਹੈ ਤੁਹਾਡੇ ਕੋਲ, ਇਹ ਕਿੰਨਾ ਕੁ ਪੁਰਾਣਾ ਸ਼ਸਤਰ ਹੈ ਜੀ? ਜਰਾ ਦਰਸ਼ਨ ਕਰਾ ਦਿਓ ਸੰਗਤ ਨੂੰ ਥੋੜਾ ਹੋਰ। ਕਿੰਨਾ ਪੁਰਾਣਾ ਸ਼ਸਤਰ ਹੈ ਜੀ ਇਹ ਘੱਟੋ ਘੱਟ 100 ਸਾਲ ਪੁਰਾਣਾ ਹੋਏਗਾ। ਇਹ ਮਤਲਬ ਮੈਂ ਵੀ ਕਿਸੇ ਤੋਂ ਲਿੱਤਾ ਹੋਇਆ ਹੈ। ਇਹ ਮਰਾਠਾ ਮੁੱਠਾ ਇਹਨੂੰ ਕਹਿੰਦੇ ਨੇ। ਇੱਕ ਮਿੰਟ ਸਿੰਘ ਸਾਹਿਬ, ਇੱਕ ਮਿੰਟ। ਇਹਨੂੰ ਮਰਾਠਾ ਮੁੱਠਾ ਕਹਿੰਦੇ ਨੇ। ਸ਼ਿਵਾਜੀ ਜਿਹੜੇ ਮਰਾਠੇ ਦੇ ਹੋਏ ਨੇ, ਸ਼ਿਵਾਜੀ ਮਹਾਰਾਜ, ਉਹਨਾਂ ਦਾ ਮੁੱਠਾ ਹੈ। ਹਾਂਜੀ, ਤੇ ਇਹ ਸ਼ਸਤਰ ਨੂੰ ਘੋੜ ਸਵਾਰ ਕਹਿੰਦੇ ਨੇ। ਹਾਂਜੀ। ਸੋ ਨੌਜਵਾਨ ਇਹ ਵੀ ਅੱਜ ਕੱਲ੍ਹ ਕਹਿੰਦੇ, ਕੁਝ ਲੋਕ ਇੱਦਾਂ ਦੀਆਂ ਗੱਲਾਂ ਉੱਠਦੀਆਂ ਜਿਹੜੀਆਂ ਕਿ ਜ਼ਮਾਨਾ ਇੰਨਾ ਤੇਜ਼ ਹੋ ਗਿਆ, ਗੋਲੀ ਹਵਾ ਤੋਂ ਵੀ ਤੇਜ਼ ਨਿਕਲਦੀ ਹੈ। ਜ਼ਮਾਨਾ ਇੰਨਾ ਤੇਜ਼ ਹੋ ਗਿਆ ਕਿ ਗੱਡੀਆਂ ਹਵਾ ਤੋਂ ਵੀ ਹੁਣ ਤੇਜ਼ ਆ, ਮਿੰਟੋ ਮਿੰਟ ਹੀ ਸਫ਼ਰ ਪੂਰਾ ਹੁੰਦਾ ਹੈ। ਇਹ ਪਤਾ ਨਹੀਂ ਕੁਝ ਕੁ ਸਿੱਖ ਨੌਜਵਾਨਾਂ ਨੂੰ ਕੀ ਹੋਇਆ, ਇਹ ਕਿਰਪਾਨਾਂ ਦੇ ਵਿੱਚ ਫਸੇ ਹੋਏ ਆ ਅਜੇ ਤੱਕ ਵੀ, ਇਹ ਘੋੜਿਆਂ ਦੀਆਂ ਗੱਲਾਂ ਕਰੀ ਜਾਂਦੇ ਕਿ ਇਹ ਨੌਜਵਾਨ ਕਿੱਥੇ ਪਿੱਛੇ ਫਸੇ ਹੋਏ ਵੀ ਸ਼ਸਤਰ ਹੁਣ ਕਿਰਪਾਨਾਂ ਦਾ ਅੱਜ ਕੱਲ੍ਹ ਕਿੱਥੇ ਸਮਾਂ ਰਿਹਾ ਹੈ? ਦੇਖੀ ਸ਼ਸਤਰ ਤੇ ਇੱਕ ਪੰਜ ਕਕਾਰ ਹੈ ਜਿਵੇਂ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਹੈ। ਕਿਰਪਾਨ ਜਿਹੜੀ ਹੈ ਉਹ ਵਨ ਆਫ ਦੀ ਪੰਜ ਕਕਾਰ 'ਚ ਆਉਂਦੀ ਹੈ ਤੇ ਉਹ ਤੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਸਿੱਖਾਂ ਨੂੰ ਪੰਜ ਕਕਾਰ ਜੇ ਧਾਰਨ ਕਰਨੇ ਹੈ ਤੇ ਗੁਰੂ ਸਾਹਿਬ ਦਾ ਹੁਕਮ ਹੈ। ਤੇ ਜਿਵੇਂ ਅਸੀਂ ਐਡਵਾਂਸ ਟੈਕਨੋਲੋਜੀ ਦੀ ਗੱਲ ਕਰੀਏ ਤੇ ਬਿਲਕੁਲ ਅਸੀਂ ਐਡਵਾਂਸ ਵੈਪਨ ਵੀ ਰੱਖਣੇ ਚਾਹੀਦੇ ਨੇ, ਪਰ ਅਗੇਨ ਉਹਦੇ 'ਚ ਲਾਇਸੈਂਸ ਦੀ ਦਿੱਕਤ ਆਉਂਦੀ ਹੈ, ਸਰਕਾਰਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਤੇ ਪਰ ਇਹ ਹੈ ਜਿਹੜੀ ਆਪਣੀ ਲੋਕ ਇਸ ਸ਼ਸਤਰ ਨੂੰ ਨਕਾਰਦੇ ਆ ਹੁਣ ਕਿ ਇਹਨਾਂ ਦੀ ਤਾਂ ਹੁਣ ਜ਼ਰੂਰਤ ਨਹੀਂ ਰਹੀ, ਇਹਨਾਂ ਦਾ ਕੀ ਕੰਮ ਹੈ, ਅਗਲੇ ਨੇ ਗੋਲੀ ਮਾਰ ਕੇ ਉਹ ਜਾਣਾ, ਤੁਸੀਂ ਕਿਰਪਾਨਾਂ ਚੱਕੀ ਫਿਰੀ ਜਾਇਓ, ਇਹ ਗੱਲਾਂ ਕਰਦੇ ਲੋਕ। ਹੁਣ ਸ਼ਸਤਰ ਦਾ ਤੁਸੀਂ ਕਹਿ ਰਹੇ ਹੋ ਜਿਵੇਂ
ਅੰਮ੍ਰਿਤ ਜਿਹੜਾ ਤਿਆਰ ਹੁੰਦਾ ਹੈ ਉਹ ਖੰਡੇ ਦੀ ਪੌਲ ਦਾ ਹੁੰਦਾ ਹੈ ਤੇ ਹੁਣ ਅਸੀਂ ਆਪਣਾ ਸ਼ਸਤਰ ਹੀ ਛੱਡ ਦਈਏ ਤੇ ਜਿਹੜਾ ਖਾਲਸਾ ਸਜਦਾ ਹੈ ਉਹ ਫਿਰ ਕਿਵੇਂ ਸਜੇਗਾ, ਇਹ ਵੀ ਤੇ ਕੁਐਸਚਨ ਆਉਂਦਾ ਹੈ। ਤੇ ਨਾਲ ਐਡਵਾਂਸ ਟੈਕਨੋਲੋਜੀ ਜਿਹੜੀ ਕਹਿ ਰਹੇ ਨੇ ਕਿ ਬਈ ਸ਼ਸਤਰ ਕਿਵੇਂ ਬਚਾਏਗਾ, ਤੇ ਇਹ ਤੇ ਆਪਣੀ ਅਭਿਆਸ ਨਾਲ ਆਪਣੀ ਸ਼ਮਤਾ ਨਾਲ ਡਿਪੈਂਡ ਹੈ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਸੇਵ ਕਰ ਰਹੇ ਹੋ। ਤੇ ਤੁਸੀਂ ਕਰਦੇ ਕਿਉਂ? ਮੈਂ ਲਾਅ ਸਟੂਡੈਂਟ ਹਾਂ। ਲਾਅ ਸਟੂਡੈਂਟ, ਅੱਛਾ ਜੀ, ਕਾਨੂੰਨ ਦੀ ਸਟੱਡੀ ਕਰ ਰਹੇ ਹੋ। ਅੱਛਾ, ਇੱਕ ਹੋਰ ਸਵਾਲ ਆਉਂਦਾ ਹੈ। ਨਾਲ ਮੈਂ ਜੌਬ ਵੀ ਕਰਦਾ ਹਾਂ। ਅੱਛਾ ਜੀ, ਜੌਬ ਕੀ ਕਰਦੇ ਹੋ? ਮੈਂ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਹਾਂ, ਆਪਣੇ US 'ਚ ਰਿਕਰੂਟਮੈਂਟ ਸਰਵਿਸਿਜ਼ 'ਚ ਕੰਮ ਕਰਦਾ। ਅੱਛਾ US ਦੇ ਜਿਵੇਂ ਮੰਨ ਲਈਏ ਤਾਂ ਰਿਕਰੂਟਮੈਂਟ ਕੰਸਲਟੈਂਸੀਜ਼ ਹੁੰਦੀ ਹੈ ਤੇ ਮੈਂ ਉੱਧਰ ਦੇ US ਦੇ ਸਿਟੀਜ਼ਨ ਜਿਹੜੇ ਗ੍ਰੀਨ ਕਾਰਡ ਹੋਲਡਰ ਹੁੰਦੇ ਨੇ ਤੇ ਆਪਣੇ ਕੋਲ ਕਲਾਇੰਟਸ ਹੁੰਦੇ ਨੇ, ਉਹਨਾਂ ਨੂੰ ਅਸੀਂ ਕੰਸਲਟੇਸ਼ਨ ਦਿੰਦੇ ਹੋ? ਹਾਂਜੀ। ਸਿੰਘ ਸਾਹਿਬ, ਤੁਸੀਂ ਕੀ ਕਰਦੇ ਹੋ? ਨਜ਼ਦੀਕ ਆ ਜਾਓ ਨਾਲ ਨਾਲ। ਹਾਂ, ਕੀ ਕਰਦੇ ਹੋ ਤੁਸੀਂ? ਮੈਂ ਵੀ ਵੀਰ ਜੀ ਦੇ ਨਾਲ ਹੀ ਜੌਬ ਕਰਦਾ ਹਾਂ। ਅੱਛਾ ਜੀ। ਟੈਕ ਐਂਡ ਟੈਲੀ ਆਫਿਸ ਦਾ ਨਾਮ ਹੈਗਾ। US ਪ੍ਰੋਸੈਸ ਹੈਗਾ, ਉਹ ਪਲੇਸਮੈਂਟ ਦਾ ਵਰਕ ਹੁੰਦਾ ਵਾ। ਹਾਂ ਜੀ। ਤੁਸੀਂ ਕੀ ਕਰਦੇ ਹੋ ਜੀ? ਕਿੱਧਰ ਗਏ ਦੂਜੇ ਵੀਰ? ਉਹ ਚਲੇ ਗਏ। ਅੱਛਾ, ਤੇ ਤੁਸੀਂ ਇਹ ਵੀ ਕਿਹਾ ਜਾਂਦਾ ਵੀ ਪੰਜਾਬੀ ਤਾਂ ਪੰਜਾਬੀ ਦੀ ਲੱਤਾਂ ਬਹੁਤ ਖਿੱਚਦਾ ਹੈ ਕਿ ਹੈ ਨਾ, ਕਿ ਪੰਜਾਬੀ ਨੂੰ ਕਾਮਯਾਬ ਹੁੰਦਾ ਨਹੀਂ ਦੇਖਣਾ ਚਾਹੁੰਦਾ। ਸਿੱਖ ਨੂੰ ਨਾ ਮਾਰੇ, ਕੌਮ ਕਦੇ ਨਾ ਹਾਰੇ, ਇਹ ਵੀ ਧਾਰਨਾ ਬਣੀ ਹੋਈ ਹੈ ਕਿ ਸਿੱਖ ਤਾਂ ਸਿੱਖ ਨੂੰ ਸਿੱਖੇ ਨਹੀਂ ਜਰਦਾ। ਉੱਥੇ ਪਿਆਰ ਸਤਿਕਾਰ ਬਣਿਆ ਹੋਇਆ ਸਿੱਖਾਂ ਦਾ ਆਪਸ ਦੇ ਵਿੱਚ। ਬਿਲਕੁਲ ਜੀ, ਪਿਆਰ ਤੇ ਬਣਿਆ ਹੋਇਆ ਹੈ, ਪਰ ਛੋਟੀ ਮੋਟੀ ਹਰ ਕਿਸੇ ਥਾਂ ਤੇ ਨੈਗੇਟਿਵਿਟੀ ਹੁੰਦੀ ਹੈ। ਪਰ ਇਸ ਤਰ੍ਹਾਂ ਨਹੀਂ ਹੈ ਕਿ ਸਿੱਖ ਦੇ ਨਾਲ ਖੜੇ ਹੁੰਦੇ ਨੇ ਉੱਥੇ, ਜਿਵੇਂ ਕੋਈ ਆਪਣਾ ਧਾਰਮਿਕ ਮੈਟਰ ਹੁੰਦਾ ਹੈ ਤੇ ਸਾਰੇ ਇਕੱਠੇ ਹੁੰਦੇ ਨੇ ਤੇ ਇਕੱਠਤਾ ਆਪਣੀ ਦਿਖਾਉਂਦੇ ਨੇ। ਹਾਂਜੀ। ਤੇ ਇੱਕ ਮੈਂ ਆਖਰੀ ਸਵਾਲ ਪੁੱਛਣਾ, ਜਦੋਂ ਸਮਾਂ ਸਿੱਖ ਕੌਮ ਤੇ ਵਿਪਤਾ ਦਾ ਆਉਂਦਾ ਹੈ, ਸਿੱਖ ਨਸਲਕੁਸ਼ੀ ਦਾ ਨਾਮ ਦਿੱਤਾ ਜਾਂਦਾ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਕੁਝ ਸਿੱਖਾਂ ਦੇ ਨਾਲ ਅਜਿਹਾ ਵਾਪਰਦਾ ਹੈ ਕਿ ਸਿੱਖਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਜਾਂਦੇ ਨੇ, ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ ਜਾਂਦੇ ਆ, ਸਿੱਖਾਂ ਦੀਆਂ ਬਹੂ ਬੇਟੀਆਂ ਧੀਆਂ ਦੇ ਨਾਲ ਬਹੁਤ ਬੁਰਾ ਸਲੂਕ ਹੁੰਦਾ, ਬਹੁਤ ਕੁਝ ਵਾਪਰਦਾ ਹੈ। ਤਾਂ ਇਹ ਕਿਹਾ ਜਾਂਦਾ ਕਿ ਉਹ ਸਿੱਖ ਸ਼ਸਤਰਧਾਰੀ ਨਹੀਂ ਸੀ, ਪੰਜਾਬ ਤੋਂ ਬਾਹਰ ਸੀ, ਤਿਆਰ ਨਹੀਂ ਸੀ, ਹੈ ਨਾ, ਉਹ ਡਰਦੇ ਸੀ, ਉਹ ਆਪਣੇ ਧੁਰੇ ਨਾਲ ਜੁੜ ਕੇ ਨਹੀਂ ਰਹਿ ਸਕੇ, ਇਸ ਕਰਕੇ ਉਹ ਸ਼ਿਕਾਰ ਹੋਏ ਆ। ਜੇ ਉਹ ਤਿਆਰ ਹੁੰਦੇ ਤਾਂ ਉਹ ਸ਼ਿਕਾਰ ਨਾ ਹੁੰਦੇ। ਤੁਹਾਡੇ ਹੁਣ ਤੁਸੀਂ ਬਾਹਰ ਦੂਰ ਰਹਿੰਦੇ ਹੋ, ਸਿੱਖਾਂ ਵਾਲਾ ਦਬਦਬਾ ਵੀ ਪੂਰਾ ਤੁਹਾਡਾ ਹੈਗਾ, ਕਿਉਂਕਿ ਇੱਕ ਸਿੱਖ ਤਿਆਰ ਹੁੰਦਾ ਤਾਂ ਉਹਦੇ ਕੋਈ ਨੇੜੇ ਨਹੀਂ ਲੱਗਦਾ। ਸਿੱਖ ਤੋਂ ਜੇ ਸ਼ਸਤਰਧਾਰੀ ਸਿੱਖ ਹੁੰਦਾ ਕੋਈ ਦੂਰੋਂ ਹੀ ਲੰਘਦਾ, ਪੰਗਾ ਲੈਣ ਤੋਂ ਤਾਂ ਦੂਰ ਦੀ ਗੱਲ ਆ। ਤਿਆਰ ਵੀ ਰਹਿੰਦੇ ਹੋ, ਘੱਟ ਗਿਣਤੀ 'ਚ ਦੂਜੀ ਸਟੇਟ ਦੇ ਵਿੱਚੋਂ ਖਤਰਾ ਤਾਂ ਨਹੀਂ ਮਹਿਸੂਸ ਕਰਦੇ? ਨਹੀਂ, ਬਿਲਕੁਲ ਖਤਰਾ ਤੇ ਕੋਈ ਮਹਿਸੂਸ ਨਹੀਂ ਹੁੰਦਾ। ਹਾਂ, ਜਿਵੇਂ ਤੁਸੀਂ ਕਿਹਾ ਹੈ ਕਿ ਜੇ ਇਹੋ ਜਿਹਾ ਕਦੀ ਸਮਾਂ ਬਣ ਜੇ ਜੋ ਪਿੱਛੇ ਹੋ ਚੁੱਕਿਆ, ਫਿਰ ਕੀ ਕਰੋਗੇ? ਘੱਟ ਗਿਣਤੀ ਹੈ ਤੁਹਾਡੀ। ਇਸ ਤਰ੍ਹਾਂ ਹੋਇਆ ਵੀ ਹੈ 2004 'ਚ 2014 'ਚ, ਕਿਉਂਕਿ ਅਸੀਂ ਜਿੱਥੇ ਰਹਿੰਦੇ ਹਾਂ ਉਹ ਉੱਥੇ ਮੁਸਲਿਮ ਕਮਿਊਨਿਟੀ ਜ਼ਿਆਦਾ ਹੈਗੀ ਤੇ ਅਸੀਂ ਵਿਚਕਾਰੇ ਰਹਿੰਦੇ ਹਾਂ ਮੁਸਲਿਮ ਕਮਿਊਨਿਟੀ ਦੇ, ਤੇ ਆਪਣਾ ਉਹਨਾਂ ਨੇ ਨਿਸ਼ਾਨ ਸਾਹਿਬ ਸਾੜ ਦਿੱਤਾ ਸੀ ਤੇ ਸਿੱਖਾਂ ਨੇ ਉੱਤੇ 1001 ਕੋਈ ਘਰ ਹੈਗੇ ਨੇ ਸਾਡੇ ਸਿੱਖਾਂ ਦੇ, ਤੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। ਮਤਲਬ ਉੱਥੇ ਮੁਸਲਮਾਨਾਂ ਨਾਲ ਜੰਗ ਹੋਈ ਹੈ ਕਿਉਂਕਿ ਨਿਸ਼ਾਨ ਸਾਹਿਬ ਉਹਨਾਂ ਨੇ ਸਾੜ ਦਿੱਤਾ ਸੀ ਤੇ ਬਿਲਕੁਲ ਡਟ ਕੇ ਮੁਕਾਬਲਾ ਕੀਤਾ। ਤੇ ਜ਼ਾਲਮ ਕਹੋਗੇ ਕਿਉਂਕਿ ਗੁਰੂ ਸਾਹਿਬ ਨੇ ਵੀ ਕਿਹਾ ਸੀ ਵੀ ਕਿਸੇ ਧਰਮ ਦੇ ਨਾਲ ਲੜਾਈ ਨਹੀਂ, ਜ਼ਾਲਮ ਦੇ ਨਾਲ। ਜ਼ਾਲਮ ਆਪਾਂ ਨਾਮ ਦੇ ਦਈਏ ਉਹਨਾਂ ਨੂੰ ਕਿ ਜ਼ੁਲਮ ਕੀਤਾ ਜਿਨ੍ਹਾਂ ਨੇ? ਬਿਲਕੁਲ, ਅਸੀਂ ਅਨਸੋਸ਼ਲ ਐਲੀਮੈਂਟਸ ਵੀ ਕਹਿ ਸਕਦੇ ਹਾਂ, ਜ਼ਾਲਮ ਕਹਿ ਸਕਦੇ ਹਾਂ, ਕਿਉਂਕਿ ਕੋਈ ਕਮਿਊਨਿਟੀ ਬੁਰੀ ਨਹੀਂ ਹੁੰਦੀ ਤੇ ਕਿਉਂਕਿ ਉੱਥੇ ਜ਼ਿਆਦਾ ਮਤਲਬ ਇਹ ਮੁਸਲਿਮ ਕਮਿਊਨਿਟੀ ਦੇ ਲੋਕ ਰਹਿੰਦੇ ਨੇ, ਤਾਂ ਮੈਂ ਮੈਂਸ਼ਨ ਕੀਤਾ ਹੈ ਕਿ ਇਸ ਤਰ੍ਹਾਂ ਦਾ। ਤੇ ਸਿੱਖਾਂ ਨੇ ਜੇ ਸ਼ਸਤਰ ਹੈ ਆਪਣੇ, ਉਹਦਾ ਉਹਨਾਂ ਨੂੰ ਰੱਖੇ ਹੋਏ ਨੇ, ਪ੍ਰਯੋਗ ਵੀ ਕਰਨਾ ਜਾਣਦੇ ਆ। ਗੱਤਕਾ ਸਿਖਲਾਈ, ਸ਼ਸਤਰ ਵਿਦਿਆ। ਬਿਲਕੁਲ ਜੀ, ਉੱਥੇ ਗੱਤਕਾ ਵੀ ਸਿਖਾਇਆ ਜਾਂਦਾ ਹੈ। ਹਾਂਜੀ। ਸੋ ਬਿਲਕੁਲ ਬਹੁਤ ਸਾਰੀਆਂ ਵਿਚਾਰਾਂ ਹੋਈਆਂ। ਸੋ ਇਹ ਖਾਸ ਹੈ ਆਪਣੇ ਆਪ ਦੇ ਵਿੱਚ ਇਹ ਗੱਲਬਾਤ, ਜਿਹੜੇ ਰਾਹ ਤੋਂ ਪੰਜਾਬ ਭਟਕ ਚੁੱਕਿਆ ਉਹ ਰਾਹ ਦੇ ਉੱਤੇ ਇਹ ਕੁਝ ਕੁ ਸਿੱਖ ਵੀਰ ਅਜੇ ਵੀ ਚੱਲ ਰਹੇ ਆ, ਸਿੱਖੀ ਰਵਾਇਤਾਂ ਦੇ ਨਾਲ ਚੱਲ ਰਹੇ ਆ, ਪੂਰੇ ਸ਼ਸਤਰਧਾਰੀ ਹੋ ਕੇ ਸਿੱਖੀ ਰਹਿਤ ਮਰਿਆਦਾ ਦੇ ਵਿੱਚ ਅਜੇ ਵੀ ਰਹਿ ਰਹੇ ਆ। ਸੋ ਇਸ ਛੋਟੇ ਜਿਹੇ ਹਿੱਸੇ ਤੋਂ ਜਿਹੜੇ ਬਹੁਤ ਘੱਟ ਗਿਣਤੀ ਦੇ ਵਿੱਚ ਸਿੰਘ ਹੈਗੇ ਨੇ, ਉਹਨਾਂ ਤੋਂ ਸਿੱਖਿਆ ਲੈ ਕੇ ਸ਼ਾਇਦ ਪੰਜਾਬ ਫਿਰ ਪਹਿਲਾਂ ਵਾਲੀ ਲੀਹ ਦੇ ਉੱਤੇ ਪੈ ਸਕਦਾ ਹੈ, ਗੁਰੂ ਸਾਹਿਬ ਦੇ ਨੇੜੇ ਹੋ ਸਕਦਾ ਹੈ। ਖਾਲਸਾ ਪੰਥ ਜਿਹੜਾ ਹੈਗਾ ਉਹ ਪਹਿਲਾਂ ਵਰਗਾ ਖਾਲਸ ਹੋ ਸਕਦਾ ਹੈ। ਪੰਥਕ ਏਕਤਾ ਕਿੱਦਾਂ ਹੋ ਸਕਦੀ ਹੈ ਵੀਰ ਜੀ? ਪੰਥਕ ਏਕਤਾ ਕਿਵੇਂ ਦੇਖਦੇ ਹੋ? ਪੰਥਕ ਏਕਤਾ ਹੋ ਸਕਦੀ ਜੇ ਤੁਹਾਡੇ ਖਿੱਤੇ ਤੋਂ ਦੇਖੀਏ?
ਕੀ ਸੁਨੇਹਾ ਦਵੋਗੇ ਪੰਥਕ ਏਕਤਾ ਦਾ? ਦੇਖੋ ਮੈਂ ਤੇ ਇੱਕ ਛੋਟਾ ਜਿਹਾ ਬੰਦਾ ਹਾਂ, ਮਤਲਬ ਇਹ ਤੇ ਵੱਡੀਆਂ ਗੱਲਾਂ ਨੇ, ਜਿਵੇਂ ਸੰਤਾਂ ਮਹਾਂਪੁਰਸ਼ਾਂ ਨਾਲ ਅਸੀਂ ਉਹ ਲੋਕ ਡਿਸਾਈਡ ਕਰਨਗੇ ਕਿ ਪੰਥਕ ਏਕਤਾ ਕਿਸ ਤਰ੍ਹਾਂ ਹੋਣੀ, ਕਿਉਂਕਿ ਡਿਫਰੈਂਟ ਫੈਕਟਰਸ ਦੇ ਕਾਫੀਆਂ ਚੀਜ਼ਾਂ ਨੇ ਕਿ ਅਸੀਂ ਇੱਕ ਚੀਜ਼ ਨੂੰ ਬਲੇਮ ਨਹੀਂ ਕਰ ਸਕਦੇ ਆ, ਇੱਕ ਚੀਜ਼ ਦਾ ਇੱਥੇ ਪ੍ਰੋਬਲਮ ਨਹੀਂ ਹੈਗੀ, ਕਈ ਚੀਜ਼ਾਂ ਨੇ। ਤੇ ਮੇਰੇ ਹਿਸਾਬ ਨਾਲ ਜਿਹੜੇ ਆਪਣੇ ਸੰਤ ਮਹਾਂਪੁਰਸ਼ ਨੇ, ਜਿਹੜੇ ਵੱਡੇ ਜਥੇਦਾਰ ਜਿਵੇਂ ਬੈਠੇ ਹੋਏ ਨੇ, ਜਿਨ੍ਹਾਂ ਨੂੰ ਉਹ ਪੋਜੀਸ਼ਨ ਮਿਲੀ ਹੋਈ ਹੈ, ਤੇ ਉਹਨਾਂ ਨੂੰ ਬਹਿ ਕੇ ਡਿਸਾਈਡ ਕਰਨਾ ਪਏਗਾ ਕਿ ਕਿਵੇਂ ਅਸੀਂ ਇਹਨਾਂ ਚੀਜ਼ਾਂ ਨੂੰ ਸੌਰਟ ਕਰੀਏ ਤੇ ਨੌਜਵਾਨ ਸਿੱਖ ਨੂੰ ਸਿੱਖੀ ਸਰੂਪ 'ਚ ਲੈ ਕੇ ਆਈਏ। ਤਾਂ ਬਿਲਕੁਲ ਬਹੁਤ ਸਾਰੇ ਮੁੱਦੇ ਹੱਲ ਹੋ ਸਕਦੇ ਆ ਕੌਮ ਦੇ। ਬਹੁਤ ਸਾਰੇ ਘਰ ਜਿਨ੍ਹਾਂ ਦੇ ਵਿੱਚੋਂ ਸਿੱਖੀ ਜਾ ਚੁੱਕੀ ਹੈ, ਜਿਨ੍ਹਾਂ ਦੇ ਬੱਚੇ ਇਹ ਕਹਿੰਦੇ ਕਿ ਅਸੀਂ ਤਾਂ ਕਾਰਟੂਨ ਦੇਖਣੇ ਆ ਫਿਰ ਰੋਟੀ ਖਾਣੀ ਹੈ, ਜਿਨ੍ਹਾਂ ਦੇ ਬੱਚੇ ਸਿੱਖੀ ਤੋਂ ਦੂਰ ਚਲ ਗਏ, ਜਿਨ੍ਹਾਂ ਦੇ ਘਰ ਨਸ਼ਿਆਂ ਨੇ ਉਜਾੜਤੇ। ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਪੰਜਾਬ ਦਾ ਹਰ ਘਰ ਕਹਿੰਦਾ ਹੈ। ਹਰ ਸਵਾਲ ਜਿਨ੍ਹਾਂ ਨੂੰ ਅਸੀਂ ਕਰਦੇ ਹਾਂ, ਬਹੁਤ ਸਾਰੇ ਸਵਾਲਾਂ ਦੇ ਜਵਾਬ ਇਹ ਇੱਕ ਇੰਟਰਵਿਊ ਦੇ ਸਕਦੀ ਹੈ, ਜਿਨ੍ਹਾਂ ਨੂੰ ਇਹ ਮਾਣ ਹੁਣ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਸਿੱਖ ਹਾਂ, ਜਿਹੜੇ ਮਾਣ ਮਹਿਸੂਸ ਨਹੀਂ ਕਰਦੇ ਕਿ ਸਾਡੇ ਮੂੰਹ ਤੇ ਦਾੜੇ ਆ, ਪੰਜਾਬੀ ਬੋਲਣ ਤੋਂ ਜਿਹੜੇ ਸੰਗ ਮਹਿਸੂਸ ਕਰਦੇ ਆ। ਇਹ ਇੰਟਰਵਿਊ ਉਹਨਾਂ ਬਹੁਤਿਆਂ ਦਾ ਜੀਵਨ ਸਵਾਰ ਸਕਦੀ ਹੈ, ਪੰਜਾਬ ਨੂੰ ਮੁੜ ਲੀਹ ਦੇ ਉੱਤੇ ਪਾ ਸਕਦੀ ਹੈ। ਤੇ ਸਿੱਖ ਪੰਥ ਜਿਹੜਾ ਹੈਗਾ, ਖਾਲਸਾ ਪੰਥ ਜਿਸ ਤਰ੍ਹਾਂ ਦਾ ਖਾਲਸ ਸੀ, ਉਹੋ ਜਿਹਾ ਬਣ ਸਕਦਾ ਹੈ ਜੇ ਸਾਰੇ ਇਹਨਾਂ ਵੀਰਾਂ ਵਾਂਗ, ਜਿਹੜੇ ਕਿ ਹੈਦਰਾਬਾਦ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਰਹਿੰਦੇ ਆ, ਇਹਨਾਂ ਵਾਂਗ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਣ, ਇਹ ਗੱਲਾਂ ਦੇ ਉੱਤੇ ਅਮਲ ਕਰਨਾ ਸ਼ੁਰੂ ਕਰ ਦੇਣ, ਤਾਂ ਉਮੀਦ ਕਰਦੇ ਹਾਂ ਕਿ ਉਹ ਗੁਰੂ ਸਾਹਿਬ ਦਾ ਨਿਆਰਾ ਪੰਥ ਜਿਹੜਾ ਹੈਗਾ ਮੁੜ ਉਸੇ ਰੂਪ ਦੇ ਵਿੱਚ ਵਾਪਸ ਆ ਸਕਦਾ ਹੈ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਸ਼੍ਰੀ ਫਤਿਹਗੜ੍ਹ ਸਾਹਿਬ।